स्टार्ट करेंगे। हाँ जी सर। एक मिनट आ गया सर। Hello, good morning to all. I am Ashwini Kumar from Government ID Gurdaspur. Today my topic is house wiring. We all discuss about wiring. ਅੱਜ ਆਪਾਂ ਵਾਇਰਿੰਗ ਦੇ ਵਿਸ਼ੇ ਵਿੱਚ ਡਿਸਕਸ ਕਰਾਂਗੇ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵਾਇਰਿੰਗ ਬਾਰੇ ਇੰਟਰੋਡਕਸ਼ਨ ਕਰਾਉਣਾ ਚਾਹੁੰਦਾ ਕਿ ਘਰਾਂ ਅਤੇ ਹੋਰ ਥਾਵਾਂ ਤੇ ਲੱਗੇ ਲੈਂਪ ਵਗੈਰਾ, ਪੱਖੇ ਵਗੈਰਾ, ਹੀਟਰ, ਮੋਟਰਸ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਜਾਂ ਹੋਰ ਕੰਪੋਨੈਂਟ ਨੂੰ ਬਿਜਲੀ ਦੀਆਂ ਸਪਲਾਈ ਲਾਈਨਾਂ ਵਿੱਚ ਜੋੜਨਾ ਪੈਂਦਾ ਹੈ। ਇਹ ਸਾਰੇ ਉਪਕਰਨ ਸਪਲਾਈ ਲਾਈਨਾਂ ਨਾਲ ਪੈਰਲਲ ਵਿੱਚ ਜੋੜੇ ਜਾਂਦੇ ਹਨ। ਇਸ ਪ੍ਰਕਾਰ ਹਰ ਉਪਕਰਨ ਨੂੰ ਠੀਕ ਮਾਤਰਾ ਦੀ ਵੋਲਟੇਜ ਤੇ ਬਿਜਲੀ ਦੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ। ਅੱਗੇ ਸਪਲਾਈ ਲਾਈਨਾਂ ਵਿੱਚ ਕੁਝ ਵੋਲਟੇਜ ਡ੍ਰੌਪ ਵੀ ਹੁੰਦਾ ਹੈ। ਇਹ ਵੋਲਟੇਜ ਡ੍ਰੌਪ ਦੀ ਮਾਤਰਾ ਬਿਜਲੀ ਨਿਯਮਾਂ ਅਨੁਸਾਰ 5% ਤੋਂ ਵੱਧ ਨਹੀਂ ਹੋਣੀ ਚਾਹੀਦੀ, ਬਟ ਬਹੁਤ ਅਧਿਕ ਵੋਲਟੇਜ ਡ੍ਰੌਪ ਵੇਲੇ ਇਹ ਮਾਤਰਾ 12% ਤੱਕ ਹੋ ਸਕਦੀ ਹੈ। ਅੱਗੇ ਡਿਸਟ੍ਰੀਬਿਊਟਰ ਤੋਂ ਕਸਟਮਰ ਮੀਨਜ਼ ਖਪਤਕਾਰ ਦੇ ਮੀਟਰ ਤੱਕ ਜਾਣ ਵਾਲੀ ਤਾਰ ਨੂੰ ਸਰਵਿਸ ਮੇਨਜ਼ ਕਹਿੰਦੇ ਹਨ। ਇਸ ਦਾ ਸਾਈਜ਼ ਕੁੱਲ ਜਿੰਨਾ ਉੱਥੇ ਲੋਡ ਚਾਹੀਦਾ ਆ ਉਹਦੀ ਡਿਮਾਂਡ ਫੈਕਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਨਿਸ਼ਚਿਤ ਕੀਤਾ ਜਾਂਦਾ ਹੈ। ਬਿਜਲੀ ਨੂੰ ਡਿਸਟ੍ਰੀਬਿਊਟਰ ਤੋਂ ਲੈ ਕੇ ਵੱਖ-ਵੱਖ ਉਪਕਰਨਾਂ ਤੱਕ ਜਿਹੜੇ ਵਾਇਰਿੰਗ ਪਦਾਰਥਾਂ ਤੋਂ ਲੈ ਕੇ ਵੱਖ-ਵੱਖ ਉਪਕਰਨਾਂ ਤੱਕ ਵਾਇਰਿੰਗ ਪਦਾਰਥਾਂ ਅਤੇ ਉਪ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਅੱਗੇ ਮੈਂ ਤੁਹਾਨੂੰ ਵਾਇਰਿੰਗ ਦੇ ਰੂਲਸ ਬਾਰੇ ਕੁਝ ਦੱਸਾਂਗਾ ਵੀ ਵਾਇਰਿੰਗ ਕਰਨ ਲਈ ਸਾਨੂੰ ਪਹਿਲਾਂ ਕਿਹੜੇ ਰੂਲਸ ਦੇ ਆਪਣੇ ਖਾਸ ਤੌਰ ਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਤੇ ਸਾਨੂੰ AC ਅਤੇ DC ਦੇ ਕਨੈਕਸ਼ਨ ਵੱਖ-ਵੱਖ ਰੱਖਣੇ ਚਾਹੀਦੇ ਹਨ ਤਾਂ ਜੋ DC AC ਵਿੱਚ ਕੋਈ ਸਾਨੂੰ ਸਮਝਣ ਵਿੱਚ ਜਾਂ ਕੋਈ ਸਿੰਬਲ ਤੌਰ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ AC ਦੇ ਕਨੈਕਸ਼ਨ ਆ ਔਰ ਇਹ DC ਦੇ ਕਨੈਕਸ਼ਨ ਆ ਔਰ ਇਹਨਾਂ ਦੇ ਸਰਕਟ ਜਿਹੜੇ ਆ ਵੱਖ-ਵੱਖ ਹੋਣੇ ਚਾਹੀਦੇ ਆ। ਦੂਸਰਾ ਪੁਆਇੰਟ ਹੈ ਜੀ 3 ਫੇਜ਼ ਸਪਲਾਈ ਵਿੱਚ ਵੱਖ-ਵੱਖ ਫੇਜ਼ ਜਿਹੜੇ ਆਪਾਂ ਲਗਾਉਂਦੇ ਹਾਂ 3 ਫੇਜ਼ ਸਪਲਾਈ ਵਿੱਚ ਸਭ ਤੋਂ ਪਹਿਲਾਂ ਉਹਨਾਂ ਵਿੱਚ ਕਲਰ ਕੋਡਿੰਗ ਕੀਤੀ ਹੋਣੀ ਬਹੁਤ ਜ਼ਰੂਰੀ ਚਾਹੀਦੀ ਹੈ। ਉਹਨਾਂ ਨੂੰ 3 ਫੇਜ਼ ਸਪਲਾਈ ਵਿੱਚ ਵੱਖ-ਵੱਖ ਫੇਜ਼ਾਂ ਨੂੰ ਰੈੱਡ ਕਲਰ, ਯੈਲੋ ਕਲਰ ਅਤੇ ਬਲੂ ਕਲਰ ਦੇ ਰੰਗਾਂ ਨਾਲ ਪ੍ਰਗਟ ਕਰਨਾ ਚਾਹੀਦਾ ਹੈ। ਨਿਊਟਰਲ ਵਾਸਤੇ ਸਾਨੂੰ ਕਾਲਾ ਰੰਗ ਵਰਤਣਾ ਚਾਹੀਦਾ ਹੈ ਤਾਂ ਕਿ ਸਾਨੂੰ ਇਸ ਨੂੰ ਪਹਿਚਾਣਨ ਵਿੱਚ ਕੋਈ ਪ੍ਰੋਬਲਮ ਨਾ ਆ ਸਕੇ। ਇਹ ਯਾਦ ਰੱਖਣਾ ਵੱਖ-ਵੱਖ ਫੇਜ਼ਾਂ ਨੂੰ ਰੈੱਡ, ਯੈਲੋ ਔਰ ਬਲੂ ਰੰਗ ਨਾਲ ਪ੍ਰਗਟ ਕਰਨਾ ਚਾਹੀਦਾ ਹੈ ਔਰ ਨਿਊਟਰਲ ਵਾਸਤੇ ਸਾਨੂੰ ਬਲੈਕ ਕਲਰ ਯੂਜ਼ ਕਰਨਾ ਚਾਹੀਦਾ ਹੈ। ਸਿੰਗਲ ਫੇਜ਼ ਵਿੱਚ ਫੇਜ਼ ਦਾ ਲਾਈਵ ਤਾਰ ਦਾ ਰੰਗ ਲਾਲ ਹੋਣਾ ਚਾਹੀਦਾ ਹੈ, ਮਤਲਬ ਜਿਹਨੂੰ ਆਪਾਂ ਫੇਸ ਬੋਲਦੇ ਹਾਂ ਉਹਦਾ ਕਲਰ ਲਾਲ ਹੋਣਾ ਚਾਹੀਦਾ ਹੈ। ਜਾਂ ਨੈਗੇਟਿਵ ਤਾਰ ਦਾ ਰੰਗ ਯਾਨੀ ਕਿ ਨਿਊਟਰਲ ਤਾਰ ਦਾ ਰੰਗ ਨੀਲਾ ਹੋਣਾ ਚਾਹੀਦਾ ਹੈ। ਕਾਲਾ ਅਤੇ ਅਰਥ ਤਾਰ ਦਾ ਰੰਗ ਸਦਾ ਕਾਲਾ ਤੇ ਹਰਾ ਰੰਗ ਸਾਨੂੰ ਰੱਖਣਾ ਚਾਹੀਦਾ ਹੈ। ਜੇ ਵੋਲਟੇਜ 250 ਵੋਲਟ ਤੋਂ ਵੱਧ ਹੋਵੇ ਤਾਂ ਮੇਨ ਸਵਿਚ ਬੋਰਡ ਅਤੇ ਮੋਟਰਾਂ ਆਦਿ ਤੇ ਖਤਰੇ ਦਾ ਨਿਸ਼ਾਨ ਜ਼ਰੂਰ ਲਗਾਉਣਾ ਚਾਹੀਦਾ ਹੈ।
क्योंकि 250 वोल्ट तो उपर बिजली जी मेन सप्लाई बहुत ज़्यादा हो जाती है, जिस तो बहुत ज़्यादा खतरा हो सकता है। इस करके सानू उत्ते खतरे का सिंबल यानी कि निशान जरूर सानू लगाना चाहिए है। किसी भी सर्किट विच 10 तो वध पॉइंट नहीं होने चाहिए, यानी कि इंडियन ISI रूल्स के अकॉर्डिंग किसी भी सर्किट विच 10 तो वध पॉइंट किसी डिस्ट्रीब्यूशन बोर्ड विच जां किसी बोर्ड विच 10 पॉइंट तो वध पॉइंट सानू नहीं रखने चाहिए, ਅਤੇ ना ही इस उपर 800 वाट तो लोड वध पाना चाहिए है। ये भी है मेन है कि 800 वाट तो लोड एक बोर्ड विच सर्किट विच 800 वाट तो वध लोड सानू नहीं पाना चाहिए। पावर ਅਤੇ लाइट वास्ते ਵੱਖ-ਵੱਖ आउटलैट साकेट होनी चाहिए हैं। सर्किट विच एक सर्किट विच पूरी करंट वगन ते भी वोल्टेज ड्राप की मात्रा 3% तो वधनी नहीं चाहिए। आप आगे गल करते हैं डबल पोल मेन स्विच ते वरतों अनुसार लाइट ਅਤੇ पावर दे शब्द लिखे होने चाहिए हैं। मतलब जिथे भी आप मेन पोल ते स्विच की वरतों जो करते हैं तो उन्होंने उपर लिखा होना चाहिए कि ये लाइट का है, ये पावर है, ये संबंध में सानू उपर लिखना चाहिए है। केवल देखते हैं तकरीबन सानू आप घर में 5 एंड सॉकेट ही आप यूज करते हैं, लेकिन केवल 3 पिना वाली सॉकेट ही सानू ज़्यादातर वरतनिया चाहिए हैं। सारे बिजली के यंत्र ਅਤੇ उपकरण बोर्ड्स ਅਤੇ राउंड ब्लॉकां उपर पित्तल स्टील के पेजां नाल मजबूती नाल सानू कसने चाहिए हैं, ताकि ढिले ना होण। उहदे नाल की हो सकता, उस प्रॉब्लम आ सकती है काफ़ी। लाइट्स ਅਤੇ होर उपर शेड वरतने चाहिए हैं। सारे धातु के बने उपकरण पाइप्स आदि नूं अर्थ करना बहुत जरूरी होता है। फेज या गर्म तार जिन्हों आप रैड तार भी कलर की जी आप यूज करते हैं नूं सदा स्विच द्वारा कंट्रोल होनी चाहिए है। न्यूट्रल तार नूं आपां सानू लिंक करना चाहिए है। धरती जां फर्श तो बोर्डां की उचाई 1.5 मीटर सानू की रखनी चाहिए है। सीलिंग फैन 2.5 मीटर की घट तो घट उचाई ते लाने चाहिए हैं। सारे बोर्ड खुलण वाले दरवाजियां दे सज्जे पासे ही सानू रखने चाहिए हैं, तां जो दरवाजा खोलन ते सानू कोई स्विच लभन च कोई प्रॉब्लम ना आ सके, ताकि दरवाजा खोलते ही सानू पता लग जाए कि इधर राइट हैंड से स्विच लगे हुए ने। गट्टियां पुठियां करके सीमेंट नाल फिट करनिया चाहिए हैं। सारे राउंड ब्लॉक 2 पेजां नाल सानू कसने चाहिए हैं। नैक्सट स्लाइड देखते आपां। हाँ जी, ये आप ज़्यादातर 2 तरह की वायरिंग्स यूज करते हैं। पहला है जी ट्री सिस्टम वायरिंग तो दूसरा है जी डिस्ट्रीब्यूशन सिस्टम वायरिंग। पहला आप देखते हैं ट्री सिस्टम वायरिंग बारे आप डिस्कस करते हैं। इस सब तो पहला तुसीं देख रहे हो कि साडे को 2 लाइन्स आ रही ने, एक आ रही है फेस जो रेड कलर की आ और दूसरी आ रही है न्यूट्रल जो कि ब्लैक कलर की है। इस विच सब तो वड्डी गल यह है कि ये प्रणाली की जी वायरिंग आ ये बहुत ही सस्ती होंगी है, ये उत्ते बहुत ही घट खर्च आता है, क्योंकि इस विच असीं सिर्फ और सिर्फ 2 ही तरह यूज करते हैं, फेस और न्यूट्रल, जो कि रेड कलर की और ब्लैक कलर की है। और जिस घर विच जां कमरे नूं सप्लाई देनी होंदी है
उसनूं टैपिंग करके ही आपां सप्लाई दे दिंदे हां। जिस तरह तुसीं स्लाइड विच देख रहे हो, यह देखो साडे कोल रैड कलर की सीधी जा रही है और ब्लैक कलर की सीधी जा रही है, और इस विचों आपां उपर नूं एक रैड कलर की फेस चों रैड लै ली और टैपिंग करके उपर नूं लै गए सर्कट नूं दे दित्ती, और ब्लैक कलर की वायर वो भी आपां टैपिंग करके जिसनूं ज्वाइंट कहंदे ज्वाइंट पा के आपां उपर नूं लै गए। और इसे तरह ही मान लो ये फर्स्ट रूम च आपां फेस और न्यूट्रल लै गए और आपां सैकेंड रूम च भी इसे तरह ही टैपिंग करके ज्वाइंट पा के फेस और न्यूट्रल लै गए हैं। लेकिन सब तो वड्डी गल है इहदे विच फेस और न्यूट्रल दियां सिंपल दो ही तरह चलदियां ने, जो कि डिस्ट्रीब्यूशन विच इस तरह नहीं हुंदा। लेकिन थ्री टाइप च फेस और न्यूट्रल तो ही आपां लै जांदे हां। और इसे देखते हैं ਜਦੋਂ फेस और न्यूट्रल शुरू हो रही है, इसे एक सेफ्टी कंपोनेंट लगा है जो फ्यूज या एमसीबी हो सकता है, ठीक है जी। और ये नुकसान भी ये ने कि मान लो, पर इसके नुकसान ज़्यादा हैं क्योंकि अलग अलग कमरे से बोर्ड करके वोल्टेज ड्रॉप हो जाती है। इसका कारण दो ने कि फर्स्ट ये है कि ਇਹਦੇ ਵਿੱਚ ਵੋਲਟੇਜ ਡ੍ਰੌਪ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਉਹਦਾ ਕਾਰਨ ਇਹ ਆ ਕਿ ਮੰਨ ਲਓ ਆਪਾਂ ਫਸਟ ਟੈਪਿੰਗ ਜੋ ਫਸਟ ਕਮਰੇ ਨੂੰ ਮੰਨ ਲਓ 3 ਰੂਮ ਨੇ ਸਾਡੇ ਕੋਲ, ਔਰ ਫਸਟ ਰੂਮ ਨੂੰ ਆਪਾਂ ਸਪਲਾਈ ਦੇ ਦਿੱਤੀ ਆ ਉਹਨਾਂ ਫੇਸ ਔਰ ਨਿਊਟਰਲ ਤੋਂ ਲੈ ਕੇ, ਉਸੇ ਫੇਸ ਔਰ ਨਿਊਟਰਲ ਤੋਂ ਲੈ ਕੇ ਆਪਾਂ ਸੈਕਿੰਡ ਰੂਮ ਨੂੰ ਸਪਲਾਈ ਦੇ ਦਿੰਦੇ ਆ, ਔਰ ਇਸੇ ਤਰ੍ਹਾਂ ਹੀ ਉਸੇ ਵਿਧੀ ਨਾਲ ਥਰਡ ਰੂਮ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਟੈਪਿੰਗ ਕਰਕੇ ਜੁਆਇੰਟ ਪਾ ਕੇ ਆਪਾਂ ਸਪਲਾਈ ਥਰਡ ਰੂਮ ਨੂੰ ਵੀ ਦੇ ਦਿੰਦੇ ਆ, ਔਰ ਸਿਰਫ ਉਸੇ ਫਿਊਜ਼ ਔਰ ਫੇਸ ਔਰ ਨਿਊਟਰਲ ਤੋਂ। ਔਰ ਮੰਨ ਲਓ ਫਸਟ ਰੂਮ ਵਿੱਚ ਆਪਾਂ ਕੋਈ ਲੋਡ ਵਾਲੀ ਚੀਜ਼ ਲਗਾ ਦਿੰਦੇ ਆ, ਮੰਨ ਲਓ ਏਸੀ ਲਗਾ ਦਿੰਦੇ ਆ ਜਾਂ ਪ੍ਰੈਸ ਲੱਗੀ ਹੁੰਦੀ ਹੈ ਜਾਂ ਲੋਡ ਵਾਲੀਆਂ ਚੀਜ਼ਾਂ ਲਗਾ ਦਿੰਦੇ ਆ, ਉਹਦੇ ਨਾਲ ਕੀ ਹੋਏਗਾ ਸੈਕਿੰਡ ਰੂਮ ਵਿੱਚ ਵੋਲਟੇਜ ਬਹੁਤ ਘੱਟ ਜਾਏਗੀ ਔਰ ਥਰਡ ਰੂਮ ਵਿੱਚ ਉਸ ਤੋਂ ਵੀ ਬਹੁਤ ਘੱਟ ਜਾਏਗੀ, ਜਿਹਦੇ ਨਾਲ ਕੀ ਹੈ ਫਸਟ ਰੂਮ 'ਚ ਵੋਲਟੇਜ ਤੇ ਬਰਾਬਰ ਜਾਏਗੀ, ਪ੍ਰੋਪਰ ਜਾਏਗੀ, ਕੌਨਸਟੈਂਟ ਜਾਏਗੀ, ਜਿੰਨੀ ਚਾਹੀਦੀ ਹੈ ਉਨੀ ਚੱਲੇਗੀ, ਏਸੀ ਚੱਲੇਗਾ। ਲੇਕਿਨ ਸੈਕਿੰਡ ਰੂਮ ਵਿੱਚ ਨਹੀਂ ਜਾਏਗੀ ਕਿਉਂਕਿ ਆਪਾਂ ਉਸੇ ਲਾਈਨ ਤੋਂ ਹੀ ਟੈਪਿੰਗ ਕਰਕੇ ਫੇਸ ਔਰ ਨਿਊਟਰਲ ਤੋਂ ਆਪਾਂ ਸਪਲਾਈ ਲੈ ਲੈਂਦੇ ਹਾਂ, ਔਰ ਦੂਸਰੇ ਰੂਮ 'ਚ ਸਪਲਾਈ ਪੂਰੀ ਨਹੀਂ ਪਹੁੰਚਦੀ, ਔਰ ਤੀਸਰੇ 'ਚ ਫਿਰ ਉਸ ਤੋਂ ਵੀ ਬਹੁਤ ਹੀ ਘੱਟ ਚਲੀ ਜਾਂਦੀ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਵੋਲਟੇਜ ਡ੍ਰੌਪ ਹੋ ਜਾਂਦਾ ਹੈ। ਅੱਛਾ, ਹਰ ਇੱਕ ਜਗ੍ਹਾ ਤੋਂ ਜਦੋਂ ਅੱਧਾ ਕਨੈਕਸ਼ਨ ਚੁੱਕਦੇ ਹਾਂ ਤਾਂ ਫਿਊਜ਼ ਸਾਨੂੰ ਲਗਾਉਣੇ ਪੈਂਦੇ ਹਨ। ਇਸ ਦੇ ਵਿੱਚ ਨੈਕਸਟ ਆਪਾਂ ਸਲਾਈਡ ਦੇਖਦੇ ਹਾਂ, ਆਪਾਂ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਵੀ ਟਰੀ ਸਿਸਟਮ ਹੀ ਵਾਇਰਿੰਗ ਹੈ, ਲੇਕਿਨ ਇਹਦੇ ਵਿੱਚ ਆਪਾਂ ਦੇਖਦੇ ਹਾਂ ਇਹਦੇ ਵਿੱਚ ਆਪਾਂ ਫਿਊਜ਼ ਯੂਜ਼ ਕੀਤੇ ਹੋਏ ਨੇ। ਹਰ ਇੱਕ ਟੈਪਿੰਗ ਜਿੱਥੋਂ ਆਪਾਂ ਕਨੈਕਟ, ਇਹਦੇ ਵਿੱਚ ਵੀ ਸੇਮ ਉਹੀ ਹੈ, ਫੇਸ ਤਾਰ ਜਾ ਰਹੀ ਹੈ ਔਰ ਨਿਊਟਰਲ ਤਾਰ ਜਾ ਰਹੀ ਹੈ। ਲੇਕਿਨ ਇਹਦੇ ਵਿੱਚ ਕੀ ਆਪਾਂ ਕਰਦੇ ਹਾਂ, ਹਰ ਇੱਕ ਟੈਪਿੰਗ ਜਦੋਂ ਲੈਂਦੇ ਹਾਂ, ਜਦੋਂ ਜੁਆਇੰਟ ਪਾਉਂਦੇ ਹਾਂ, ਉੱਥੇ ਆਪਾਂ ਕੀ ਹਰ ਇੱਕ ਟੈਪਿੰਗ ਨਾਲ ਆਪਾਂ ਫਿਊਜ਼ ਯੂਜ਼ ਕੀਤਾ ਹੋਇਆ, ਜਿਸ ਨਾਲ ਕਿ ਸਾਨੂੰ ਫਾਲਟ ਲੱਭਣ ਵਿੱਚ ਮੁਸ਼ਕਲ ਨਾ ਆਵੇ, ਕਿਉਂਕਿ ਉਹ ਜਿਸ ਵੀ ਕਮਰੇ 'ਚ ਫਾਲਟ ਆਏਗਾ ਉਹਦਾ ਫਿਊਜ਼ ਬ੍ਰੇਕ ਹੋ ਜਾਏਗਾ। ਅਗਰ ਆਪਾਂ ਫਿਊਜ਼ ਨਹੀਂ ਯੂਜ਼ ਕਰਦੇ, ਮੰਨ ਲਓ ਫਸਟ ਕਮਰੇ ਦੀ ਸਪਲਾਈ ਬੰਦ ਹੋ ਜਾਂਦੀ ਹੈ ਜਾਂ ਕੋਈ ਫਾਲਟ ਆ ਜਾਂਦਾ ਆ, ਉਹਦੇ ਨਾਲ ਸੈਕਿੰਡ ਰੂਮ ਔਰ ਥਰਡ ਰੂਮ ਵੀ ਬੰਦ ਹੋ ਜਾਏਗਾ, ਕਿਉਂਕਿ ਇਹਦੇ ਵਿੱਚ ਟਰੀ ਸਿਸਟਮ ਵਾਇਰਿੰਗ ਵਿੱਚ ਫਾਲਟ ਲੱਭਣ 'ਚ ਕਾਫੀ ਪ੍ਰੋਬਲਮਸ ਆ ਸਕਦੀਆਂ ਨੇ। ਔਰ ਡਿਸਟਰੀਬਿਊਸ਼ਨ ਸਿਸਟਮ ਵਿੱਚ ਇਹ ਚੀਜ਼ ਪੋਸੀਬਲ, ਮਤਲਬ ਇਹ ਬਹੁਤ ਹੀ ਘੱਟ ਚਾਂਸ ਹੁੰਦੇ ਨੇ, ਡਿਸਟਰੀਬਿਊਸ਼ਨ ਵਿੱਚ ਫਾਲਟ ਬਹੁਤ ਜਲਦੀ ਲੱਭਿਆ ਜਾ ਸਕਦਾ ਹੈ, ਬਟ ਇਹਦੇ ਵਿੱਚ ਫਾਲਟ ਲੱਭਣ ਵਿੱਚ ਬਹੁਤ ਪ੍ਰੋਬਲਮ ਆ ਸਕਦੀ ਆ। ਇਸ ਲਈ ਆਪਾਂ ਇਹਨੂੰ ਥੋੜਾ ਜਿਹਾ ਫਾਲਟ ਨੂੰ ਜਲਦੀ ਲੱਭਣ ਵਾਸਤੇ ਆਪਾਂ ਹਰ ਇੱਕ ਟੈਪਿੰਗ ਤੇ ਫਿਊਜ਼ ਯੂਜ਼ ਕਰਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਔਰ ਇਹਦੀ ਇਹ ਹੈ, ਇਹ ਲੁੱਕ ਵਾਈਜ਼ ਦੇਖਣ ਨੂੰ ਥੋੜੀ ਚੰਗੀ ਨਹੀਂ ਲੱਗਦੀ ਕਿਉਂਕਿ ਟਰੀ ਸਿਸਟਮ ਹੁੰਦੀ ਹੈ ਥੋੜੀ ਜੀ। ਅੱਜ ਕੱਲ੍ਹ ਵੈਸੇ ਆਪਾਂ ਇਸ ਪ੍ਰਣਾਲੀ ਨੂੰ ਯੂਜ਼ ਬਹੁਤ ਘੱਟ ਕਰਦੇ ਹਾਂ, ਅੱਜ ਕੱਲ੍ਹ ਜ਼ਿਆਦਾ ਡਿਸਟਰੀਬਿਊਸ਼ਨ ਸਿਸਟਮ ਹੀ ਜ਼ਿਆਦਾ ਯੂਜ਼ ਹੋ ਰਿਹਾ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਨੈਕਸਟ ਸਲਾਈਡ ਤੇ ਚੱਲਦੇ ਹਾਂ। ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ ਡਿਸਟਰੀਬਿਊਸ਼ਨ ਸਿਸਟਮ। ਡਿਸਟਰੀਬਿਊਸ਼ਨ ਸਿਸਟਮ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਐਨਰਜੀ ਮੀਟਰ
ਜਦੋਂ ਆਪਾਂ ਦੇਖੋ એનર્ਜੀ ਮੀਟਰ ਨੂੰ ਇਨਪੁਟ ਆ ਰਹੀ ਹੈ, ਆਊਟਪੁਟ ਆ ਰਹੀ ਆ, ਔਰ એનર્ਜੀ ਮੀਟਰ ਜਦੋਂ ਆਪਾਂ ਆਊਟਪੁਟ ਲੈਂਦੇ ਆ, ਇੱਥੇ ਦੇਖੋ ਡਿਸਟ੍ਰੀਬਿਊਸ਼ਨ ਸਿਸਟਮ ਵਿੱਚ ਇਹ ਆ, ਇਹਦੇ ਵਿੱਚ ਵੱਖ-ਵੱਖ MCB ਲੱਗੇ ਹੁੰਦੇ ਨੇ, ਵੱਖ-ਵੱਖ ਰੂਮ ਨੂੰ MCB ਲੱਗੇ ਹੁੰਦੇ ਨੇ। ਔਰ ਫਸਟ ਦੇਖੋ ਇਹਦੇ ਵਿੱਚ ਦੇਖੋ ਸਿੰਗਲ ਫੇਸ એનર્ਜੀ ਮੀਟਰ ਕਨੈਕਸ਼ਨ, ਇਹਦੇ ਵਿੱਚ ਦੇਖਦੇ ਹਾਂ ਆਪਾਂ ਇਹਦੇ ਵਿੱਚ ਇੱਕ ਤੇ ਆਪਾਂ 2 ਵੋਲਟ MCB ਲਗਾਇਆ ਹੋਇਆ, ਇੱਕ ELCB ਲਗਾਇਆ ਹੋਇਆ, ਔਰ 5 ਜਾਣੀ ਕਿ MCB ਲਗਾਏ ਹੋਏ। ਇਸਦਾ ਮਤਲਬ ਇਹ ਆ ਕਿ ਅਸੀਂ ਫੇਸ ਔਰ ਨਿਊਟਰਲ ਹਰ ਇੱਕ ਘਰ ਜਾਂ ਪੁਆਇੰਟ ਨੂੰ ਫੇਸ ਨਿਊਟਰਲ ਉਸਦੇ ਡਿਸਟ੍ਰੀਬਿਊਸ਼ਨ ਤੱਕ ਪਹੁੰਚਾਉਂਦੇ ਹਾਂ, ਤਾਂ ਕਿ ਹਰ ਇੱਕ ਕਮਰੇ ਨੂੰ ਬਰਾਬਰ ਵੋਲਟੇਜ ਮਿਲ ਸਕੇ। ਹਰ ਇੱਕ ਸਰਕਟ ਵਾਸਤੇ ਸਰਕਟ ਬ੍ਰੇਕਰ ਜਾਂ ਫਿਊਜ਼ ਜਾਂ ਅਲੱਗ-ਅਲੱਗ ਲਗਾਏ ਜਾਂਦੇ ਹਨ, ਜਾਂ ਜਿਸ ਤਰ੍ਹਾਂ ਕਿ ਆਪਾਂ ਇਸ ਸਲਾਈਡ ਵਿੱਚ MCB ਯੂਜ਼ ਕੀਤੇ ਹੋਏ ਨੇ। MCB ਯੂਜ਼ ਪਹਿਲਾਂ ਆਪਾਂ ਮੇਨ ਸਵਿਚ ਯੂਜ਼ ਕਰਦੇ ਸੀ, ਉਹਦੀ ਜਗ੍ਹਾ ਆਪਾਂ ਮੇਨ ਸਵਿਚ ਦੀ ਜਗ੍ਹਾ ਆਪਾਂ ਯੂਜ਼ ਕੀਤਾ ਹੋਇਆ 2 ਪੋਲ MCB, ਔਰ ਉਸ ਤੋਂ ਅੱਗੇ ਲੱਗਾ ਹੋਇਆ ELCB, ਔਰ ਉਸ ਤੋਂ ਅੱਗੇ ਲੱਗਾ ਹੋਇਆ MCB। ਔਰ MCB ਦੀ ਫੁੱਲ ਫਾਰਮ ਆ ਮਿਨੀਏਚਰ ਸਰਕਟ ਬ੍ਰੇਕਰ। ਔਰ ਆਪਾਂ ਇਹਦੇ ਬਾਰੇ ਵੀ ਅੱਗੇ ਜਾ ਕੇ ਗੱਲ ਕਰਾਂਗੇ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਫਿਊਜ਼ MCB ਆਪਾਂ ਤਾਂ ਲਗਾਉਂਦੇ ਹਾਂ ਕਿ ਸਾਡੇ ਤਾਰਾਂ ਵਿਚਕਾਰ ਜੁਆਇੰਟ ਲਗਾਉਣ ਦੀ ਲੋੜ ਨਹੀਂ ਪੈਂਦੀ, ਜਿਸ ਤਰ੍ਹਾਂ ਕਿ P ਸਿਸਟਮ ਵਿੱਚ ਸਾਨੂੰ ਜੁਆਇੰਟ ਲਗਾਉਣ ਦੀ ਲੋੜ ਪੈਂਦੀ ਆ ਹਰ ਇੱਕ ਕਮਰੇ 'ਚ, ਕਿਉਂਕਿ ਆਪਾਂ ਇੱਕੋ ਫੇਸ ਔਰ ਇੱਕੋ ਫਿਊਜ਼ ਤੋਂ ਹੀ ਆਪਾਂ ਉਹ ਜੁਆਇੰਟ ਲਗਾਉਂਦੇ ਹਾਂ ਔਰ ਤਾਰਾਂ ਉੱਥੋਂ ਚੱਕਦੇ ਹਾਂ। ਬਟ ਇਹ ਕੀ ਆ, ਇਹ P ਸਿਸਟਮ ਦੇ ਅਕੋਰਡਿੰਗ ਕਾਫੀ ਮਹਿੰਗੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ P ਸਿਸਟਮ ਜਿਹੜੀ ਆ ਉਹਦੇ ਵਿੱਚ ਸਿਰਫ ਆਪਾਂ 2 ਤਾਰ ਵਾਇਰਸ ਯੂਜ਼ ਕਰਦੇ ਹਾਂ, ਲੇਕਿਨ ਇਹਦੇ ਵਿੱਚ ਸਾਨੂੰ ਵੱਖਰੇ ਕਮਰੇ ਨੂੰ ਵੱਖਰਾ ਫੇਸ ਔਰ ਨਿਊਟਰਲ ਦੇਣਾ ਪੈਂਦਾ ਹੈ। ਔਰ ਇਹਦੇ ਵਿੱਚ ਆਪਾਂ MCB ਵੀ ਯੂਜ਼ ਕਰਦੇ ਹਾਂ। ਇਹਦੇ ਵਿੱਚ ਕੀ ਹੈ, ਹਰ ਸਰਕਟ ਨੂੰ ਲੋੜ ਅਨੁਸਾਰ ਬੰਦ ਜਾਂ ਚਲਾਉਣ ਲਈ ਆਪਾਂ MCB ਲਗਾ ਦਿੰਦੇ ਹਾਂ, ਅਤੇ ਬਾਕੀ ਸਰਕਟ ਮੰਨ ਲਓ ਇੱਕ ਕਮਰੇ ਵਿੱਚ ਫਾਲਟ ਪੈ ਜਾਂਦਾ ਆ, ਤੇ ਉਹਦੇ ਨਾਲ ਕੀ ਆ, ਜਿਸ ਕਮਰੇ ਦਾ ਇਹਦੇ ਵਿੱਚ ਮੰਨ ਲਓ 5 MCB ਲਗਾਏ ਹੋਏ ਨੇ, ਮੰਨ ਲਓ ਇਹਦੇ ਵਿੱਚ 5 MCB ਨੇ, ਇੱਕ MCB ਇੱਕ ਰੂਮ ਨੂੰ ਗਿਆ ਹੋਇਆ, ਦੂਜੇ ਦੀ ਸਪਲਾਈ ਦੂਜੇ ਨੂੰ ਗਈ ਹੈ, ਤੀਜੇ MCB ਦੀ ਸਪਲਾਈ ਤੀਜੇ ਰੂਮ ਨੂੰ ਗਈ ਹੋਈ ਆ, ਔਰ ਚੌਥੇ MCB ਦੀ ਸਪਲਾਈ ਚੌਥੇ ਰੂਮ ਨੂੰ ਗਈ ਹੈ, ਔਰ ਪੰਜਵੇਂ ਰੂਮ ਨੂੰ ਸਪਲਾਈ ਗਈ ਹੋਈ ਆ। ਮੰਨ ਲਓ P ਸਿਸਟਮ ਵਿੱਚ ਹੀਗਾ, ਫਸਟ MCB ਵਿੱਚ ਫਸਟ ਰੂਮ ਵਿੱਚ ਕੋਈ ਫਾਲਟ ਆ ਜਾਂਦਾ ਹੈ ਜਾਂ ਕੋਈ ਪ੍ਰੋਬਲਮ ਆ ਜਾਂਦੀ ਆ, ਉਹਦੇ ਨਾਲ ਕੀ ਹੋਏਗਾ P ਸਿਸਟਮ ਵਿੱਚ, ਉਹਦੇ ਨਾਲ ਕੀ ਹੁੰਦਾ ਸੀ, ਨਾਲ ਦੇ ਜਿਹੜੇ ਬੈਕ ਰੂਮ ਸੀਗੇ ਸੈਕਿੰਡ, ਥਰਡ, ਫੋਰਥ, ਉਹ ਵੀ ਰੂਮ ਬੰਦ ਹੋ ਜਾਂਦੇ ਸੀ, ਕਿਉਂਕਿ ਉਹਦੇ ਫੇਸ ਨਿਊਟਰਲ ਇੱਕੋ ਹੀ ਆ ਰਹੀ ਸੀ। ਲੇਕਿਨ ਇਹਦੇ ਵਿੱਚ ਵੀ ਆ ਰਹੀ ਹੈ, ਲੇਕਿਨ ਇਹਦੇ ਵਿੱਚ ਆਪਾਂ ਵੱਖ-ਵੱਖ ਰੂਮ ਨੂੰ ਵੱਖ-ਵੱਖ MCB ਦਿੱਤੇ ਹੋਏ ਨੇ, ਜਿਸ ਨਾਲ ਕੀ ਹੈ, ਮੰਨ ਲਓ ਫਸਟ ਰੂਮ 'ਚ ਫਾਲਟ ਆ ਜਾਂਦਾ ਹੈ, ਉਹਦੇ ਨਾਲ ਕੀ ਹੋਏਗਾ, ਫਸਟ ਰੂਮ ਦਾ MCB ਹੀ ਟ੍ਰਿਪ ਕਰੇਗਾ, ਔਰ ਜਿਹੜੇ 4 ਰੂਮ ਨੈਕਸਟ ਨੇ ਉਹਨਾਂ ਵਿੱਚ ਕੋਈ ਫਾਲਟ ਨਹੀਂ ਆਏਗਾ, ਔਰ ਉਹ ਸਪਲਾਈ ਉਹਨਾਂ ਦੀ ਉਸੇ ਤਰ੍ਹਾਂ ਹੀ ਕੰਟੀਨਿਊ ਚੱਲਦੀ ਰਹੇਗੀ। ਬਟ ਟਰੀ ਸਿਸਟਮ ਵਿੱਚ ਇੱਦਾਂ ਦਾ ਪੋਸੀਬਿਲਿਟੀ ਇੱਦਾਂ ਦੀ ਨਹੀਂ ਹੈਗੀ, ਬਟ ਇਹਦੇ ਵਿੱਚ ਵੱਖ-ਵੱਖ MCB ਲਗਾਉਣ ਨਾਲ ਇਹ ਚੀਜ਼ ਦੀ ਪੋਸੀਬਿਲਿਟੀ ਹੈਗੀ ਆ, ਔਰ ਸਾਰੇ ਜੁਆਇੰਟ ਨੂੰ ਇੱਕੋ ਜਿਹੀ ਵੋਲਟੇਜ ਹੀ ਮਿਲਦੀ ਰਹਿੰਦੀ ਹੈ। ਜਿਸ ਤਰ੍ਹਾਂ ਆਪਾਂ ਟਰੀ ਸਿਸਟਮ ਵਿੱਚ ਗੱਲ ਕੀਤੀ ਸੀਗੀ, ਮੰਨ ਲਓ ਫਸਟ ਰੂਮ ਵਿੱਚ ਆਪਾਂ ਕੋਈ ਲੋਡ ਵਾਲੀ ਚੀਜ਼ ਲਗਾ ਦਿੰਦੇ, AC ਲਗਾ ਦਿੰਦੇ ਜਾਂ ਹੋਰ ਕੋਈ ਚੀਜ਼ ਲਗਾ ਦਿੰਦੇ ਆ, ਉਹਦੇ ਨਾਲ ਕੀ ਹੈ, ਸੈਕਿੰਡ ਔਰ ਥਰਡ ਰੂਮ 'ਚ ਵੋਲਟੇਜ ਡ੍ਰੌਪ ਹੋ ਸਕਦਾ, ਜਿਸ ਨਾਲ ਕਿ ਵੋਲਟੇਜ ਬਹੁਤ ਹੀ ਉਹਨਾਂ ਵਿੱਚ ਘੱਟ ਜਾਂਦੀ ਸੀ। ਬਟ ਡਿਸਟ੍ਰੀਬਿਊਸ਼ਨ ਸਿਸਟਮ ਵਿੱਚ ਇਹ ਚੀਜ਼ ਨਹੀਂ ਹੈਗੀ। ਇਹਦੇ ਵਿੱਚ ਮੰਨ ਲਓ ਫਸਟ ਰੂਮ ਵਿੱਚ ਆਪਾਂ AC ਲਗਾਇਆ ਤੇ ਉਹਨੂੰ ਓਨੀ ਹੀ ਵੋਲਟੇਜ ਮਿਲੇਗੀ ਜਿੰਨੀ ਚਾਹੀਦੀ ਹੈ, ਔਰ ਮੰਨ ਲਓ ਉਹਦੇ ਨਾਲ ਸੈਕਿੰਡ, ਥਰਡ, ਫੋਰਥ ਰੂਮ ਵਿੱਚ ਕੋਈ ਇਫੈਕਟ ਨਹੀਂ ਪਏਗਾ। ਜਿੰਨੀ ਸੈਕਿੰਡ ਰੂਮ 'ਚ ਵੀ ਮੰਨ ਲਓ ਆਪਾਂ AC ਲਗਾ ਦਿੰਦੇ ਹਾਂ, ਤੇ ਸੈਕਿੰਡ ਰੂਮ 'ਚ ਵੀ ਜਿੰਨੀ ਵੋਲਟੇਜ ਚਾਹੀਦੀ ਆ ਓਨੀ ਹੀ ਸਾਨੂੰ ਮਿਲੇਗੀ, ਔਰ ਥਰਡ ਰੂਮ ਵਿੱਚ ਵੀ ਜਿੰਨੀ ਸਾਨੂੰ ਵੋਲਟੇਜ ਚਾਹੀਦੀ ਆ ਓਨੀ ਹੀ ਮਿਲੇਗੀ। ਲੇਕਿਨ ਉਹਦੇ ਵਿੱਚ ਇਹ ਚੀਜ਼ P ਸਿਸਟਮ ਵਿੱਚ ਇਹ ਚੀਜ਼ ਪੋਸੀਬਲ ਨਹੀਂ, ਬਟ ਇਹਦੇ ਵਿੱਚ ਇਹ ਚੀਜ਼ ਪੋਸੀਬਲ ਹੈ। ਔਰ ਇਹਦੇ ਨਾਲ ਇਹ ਅੱਜ ਕੱਲ੍ਹ ਇਸੇ ਲਈ ਹੀ ਇਹ ਪ੍ਰਣਾਲੀ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ, ਔਰ ਇਹ ਲੁੱਕ ਵਾਈਜ਼ ਵੀ ਬਹੁਤ ਅੱਛੀ ਹੁੰਦੀ ਹੈ, ਕਿਉਂਕਿ ਇਹਦਾ ਡਿਸਟ੍ਰੀਬਿਊਸ਼ਨ ਬੋਰਡ ਵਿੱਚ MCB ਲੱਗੇ ਹੁੰਦੇ ਹਨ, ਔਰ ਇਹਦਾ ਫਾਲਟ ਲੱਭਣ ਵਿੱਚ ਵੀ ਬਹੁਤ ਹੀ ਆਸਾਨੀ ਹੁੰਦੀ ਹੈ, ਕਿਉਂਕਿ ਜਿਸ ਰੂਮ ਵਿੱਚ ਫਾਲਟ ਪਏਗਾ ਸਿਰਫ ਉਸ ਰੂਮ ਦਾ ਹੀ MCB
ट्रिप कर जाएगा, मतलब ऑफ हो जाएगा। और कुछ सैकंड बाद मान लो ਆਪਾਂ ਉੱਥੇ ਫਾਲਟ ਲੱਭ ਸਕਦੇ ਆ ਵੀ ਇਸ ਰੂਮ ਵਿੱਚ ਰੂਮ ਨੰਬਰ 1 ਜਾਂ ਰੂਮ ਨੰਬਰ 2 ਜਾਂ 3 ਜਾਂ 4 ਰੂਮ ਵਿੱਚ ਫਾਲਟ ਹੈਗਾ, ਔਰ ਉਸ ਨੂੰ ਆਪਾਂ ਫਾਲਟ ਨੂੰ ਦੇਖ ਸਕਦੇ ਹਾਂ ਔਰ ਉਸ ਫਾਲਟ ਨੂੰ ਦੂਰ ਕਰ ਸਕਦੇ ਹਾਂ। ਬਟ ਟਰੀ ਸਿਸਟਮ ਵਿੱਚ ਫਾਲਟ ਲੱਭਣ ਵਿੱਚ ਬਹੁਤ ਹੀ ਪ੍ਰੋਬਲਮ ਆਉਂਦੀ ਹੈ। ਇਸਦਾ ਫਾਲਟ ਲੱਭਣਾ ਬਹੁਤ ਹੀ ਸੌਖਾ ਹੁੰਦਾ ਹੈ, ਕਿਉਂਕਿ ਜਿੱਥੇ ਫਾਲਟ ਹੈ ਸਿਰਫ ਉਸੇ ਦਾ ਹੀ ਸਰਕਟ ਜਿਹੜਾ ਉਹ ਬ੍ਰੇਕ ਹੋ ਜਾਏਗਾ। ਜਾਂ ਆਪਾਂ ਕਿਸੇ ਰੂਮ ਵਿੱਚ ਜਾਂ ਆਪਾਂ ਫਿਊਜ਼ ਯੂਜ਼ ਕਰਦੇ ਹਾਂ ਤੇ ਉਹ ਜਿਸ ਰੂਮ ਵਿੱਚ ਫਾਲਟ ਪਏਗਾ ਉਸ ਦਾ ਕੀ ਹੋ ਜਾਏਗਾ, ਫਿਊਜ਼ ਬ੍ਰੇਕ ਹੋ ਜਾਏਗਾ, ਜਿਸ ਨਾਲ ਕਿ ਉਸ ਰੂਮ ਦੀ ਸਪਲਾਈ ਬੰਦ ਹੋਏਗੀ। ਬਟ ਬਾਕੀ ਜਿਹੜੇ 3-4 ਰੂਮ ਨੇ ਉਹ ਜਿਹੜੇ ਆ ਉਸੇ ਤਰ੍ਹਾਂ ਹੀ ਉਹਨਾਂ ਦੀ ਵੋਲਟੇਜ ਕੌਨਸਟੈਂਟ ਹੀ ਚੱਲਦੀ ਰਹੇਗੀ। ਇਹਦੀ ਇੱਕ ਗੱਲ ਹੈਗੀ ਆ ਵੀ ਟਰੀ ਸਿਸਟਮ ਦੇ ਅਕੋਰਡਿੰਗ ਇਹ ਬਹੁਤ ਹੀ ਖਰਚੀਲੀ ਹੁੰਦੀ ਹੈ, ਮਤਲਬ ਇਸ ਤੇ ਬਹੁਤ ਹੀ ਜ਼ਿਆਦਾ ਖਰਚਾ ਆਉਂਦਾ ਹੈ, ਕਿਉਂਕਿ MCB ਵਗੈਰਾ ਜਾਂ ਫਿਊਜ਼ ਵਗੈਰਾ ਜਾਂ ਇਸ ਦੇ ਵਿੱਚ ELCB 2 ਪੋਲ ਮੇਨਸ ਵਿੱਚ ਜੇਗਾ ਆਪਾਂ 2 ਪੋਲ MCB ਯੂਜ਼ ਕਰਦੇ ਹਾਂ, ਜੋ ਕਿ ਇਹ ਕਾਫੀ ਖਰਚੀਲਾ ਹੁੰਦਾ ਹੈ। ਔਰ ਇਹਦੇ ਵਿੱਚ ਵਾਇਰਸ ਆਪਾਂ ਵੱਖਰੀ ਮਤਲਬ ਫੇਸ ਲਈ ਵੱਖ ਯੂਜ਼ ਕਰਦੇ ਹਾਂ, ਨਿਊਟਰਲ ਲਈ ਵੱਖ ਯੂਜ਼ ਕਰਦੇ ਹਾਂ, ਲੇਕਿਨ ਟਰੀ ਸਿਸਟਮ ਵਿੱਚ ਇੱਕੋ ਹੀ ਫੇਸ ਔਰ ਇੱਕੋ ਹੀ ਨਿਊਟਰਲ ਸਿਰਫ ਦੋ ਤਰ੍ਹਾਂ ਯੂਜ਼ ਕਰਦੇ ਹਾਂ। ਲੇਕਿਨ ਇਹਦੇ ਵਿੱਚ ਆਪਾਂ ਤੁਸੀਂ ਇਹ ਸਲਾਈਡ ਵਿੱਚ ਦੇਖ ਰਹੇ ਹੋ, ਇਹਦੇ ਵਿੱਚ ਵੱਖ ਆਪਾਂ ਫੇਸ ਔਰ ਨਿਊਟਰਲ ਨੂੰ MCB ਤੋਂ ਲੈ ਕੇ ਆਪਾਂ ਰੂਮ ਤੱਕ ਪਹੁੰਚਾਉਂਦੇ ਹਾਂ। ਅੱਛਾ ਜੀ, ਨੈਕਸਟ ਸਲਾਈਡ ਆਪਾਂ ਦੇਖਦੇ ਹਾਂ। ਇਹਦੇ ਵਿੱਚ ਦੇਖੋ ਆਪਾਂ ਇਹਦੇ ਵਿੱਚ ਪਿਛਲੀ ਸਲਾਈਡ ਵਿੱਚ ਆਪਾਂ ਦੇਖਿਆ ਸੀਗਾ ਕਿ ਉੱਥੇ ELCB ਯੂਜ਼ ਕੀਤਾ ਹੋਇਆ ਹੈਗਾ। ELCB ਇੱਕ ਸਾਡਾ ਸੇਫਟੀ ਕੰਪੋਨੈਂਟ ਹੈ। ਇਹਦੀ ਫੁੱਲ ਫਾਰਮ ਆ ਅਰਥ ਲੀਕੇਜ ਸਰਕਟ ਬ੍ਰੇਕਰ, ਜੋ ਕਿ ਅੱਜ ਦੇ ਸਮੇਂ ਵਿੱਚ ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਯੂਜ਼ ਹੋ ਰਹੇ ਨੇ। ਇਹ ਬਹੁਤ ਹੀ ਸੇਫਟੀ ਕਰਦਾ ਹੈ। ਮੰਨ ਲਓ ਕਿਤੇ ਕੰਮ ਕਰਦੇ ਇਹਦਾ ਬਹੁਤ ਹੀ ਫਾਇਦਾ ਹੁੰਦਾ, ਜੇਕਰ ਕੰਮ ਕਰਦੇ ਸਮੇਂ ਜਾਂ ਕੋਈ ਬੱਚਾ ਨੂੰ ਅਰਥ ਕਰਦਾ, ਇਸ ਸਰਕਟ ਨੂੰ ਅਰਥ ਕਰ ਦਿੰਦਾ ਹੈ ਤਾਂ ਉਸਨੂੰ ਸ਼ੌਕ ਲੱਗ ਸਕਦਾ ਹੈ। ਬਟ ਇਹਦਾ ਕੰਮ ਹੈ ਵੀ ਜਦੋਂ ਇਹਨੂੰ ਇਹ ਸੈਂਸ ਕਰਦਾ ਆ ਕਿ ਇੱਥੇ ਅਰਥ ਹੋ ਰਿਹਾ ਜਾਂ ਇੱਥੇ ਕੋਈ ਫਾਲਟ ਆ ਰਿਹਾ ਤੇ ਉਸੇ ਟਾਈਮ ਇਹ ਸੈਂਸ ਕਰਕੇ ਇਹ ਟੋਟਲ ਟ੍ਰਿਪ ਕਰ ਜਾਂਦਾ ਹੈ, ਜਿਸ ਨਾਲ ਜਾਂ ਕੋਈ ਕੰਮ ਕਰ ਰਿਹਾ ਵਿਅਕਤੀ ਜਾਂ ਕਿਸੇ ਬੱਚੇ ਨੇ ਅਰਥ ਕਰ ਦਿੱਤਾ ਹੈ ਤੇ ਉਹ ਸ਼ੌਕ ਲੱਗਣ ਤੋਂ ਬਚ ਸਕਦਾ ਹੈ, ਔਰ ਇਸ ਨਾਲ ਬਹੁਤ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਸਕਦਾ ਹੈ। ਅੱਛਾ ਜੀ, ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਅੱਛਾ ਜੀ, ਇਹਦੇ ਵਿੱਚ ਦੇਖਦੇ ਹਾਂ ਜੀ ਆਪਾਂ MCB, ਜਿਸ ਤਰ੍ਹਾਂ ਆਪਾਂ ਅੱਗੇ ਪਿਛਲੀ ਸਲਾਈਡ 'ਚ ਆਪਾਂ ਦੇਖਿਆ ਹੈਗਾ ਕਿ MCB ਆਪਾਂ 5 MCB ਯੂਜ਼ ਕੀਤੇ ਹੋਏ ਸੀਗੇ ਔਰ 2 ਪੋਲ MCB ਯੂਜ਼ ਕੀਤਾ ਹੈਗਾ। MCB ਦੀ ਫੁੱਲ ਫਾਰਮ ਹੈ ਜੀ ਮਿਨੀਏਚਰ ਸਰਕਟ ਬ੍ਰੇਕਰ। ਇਹ ਵੀ ਸਾਡਾ ਬਹੁਤ ਹੀ ਤਗੜਾ ਮਤਲਬ ਸੇਫਟੀ ਕੰਪੋਨੈਂਟ ਆ। ਇਹ ਇਸ ਲਈ ਆਪਾਂ ਯੂਜ਼ ਕਰਦੇ ਹਾਂ, ਪਹਿਲਾਂ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਇਸ ਸਪੈਸੀਫਿਕ ਜਗ੍ਹਾ ਤੇ ਹੀ ਫਾਲਟ ਪੈਣ ਤੇ ਹੀ MCB ਟ੍ਰਿਪ ਕਰਦਾ ਹੈ। ਮਤਲਬ ਜਿਸ ਰੂਮ 'ਚ ਹੀ ਫਾਲਟ ਹੈ ਉਸੇ ਰੂਮ ਦਾ ਹੀ MCB ਟ੍ਰਿਪ ਕਰੇਗਾ, ਔਰ ਬਾਕੀ ਰੂਮ ਜਿਹੜੇ ਆ ਉਹਨਾਂ ਦੀ ਵੋਲਟੇਜ ਜੋ ਹੈ ਉਹ ਕਾਂਸਟੈਂਟ ਹੀ ਚੱਲਦੀ ਰਹੇਗੀ। ਔਰ ਇਸ ਵਿੱਚ ਆਪਾਂ ਗੱਲ ਕਰਦੇ ਹਾਂ ਕਿ MCB ਦੀਆਂ ਕੁਝ ਕਿਸਮਾਂ ਵੀ ਹੁੰਦੀਆਂ ਨੇ, ਜਿਵੇਂ ਕਿ ਆਪਾਂ ਦੇਖਦੇ ਹਾਂ B ਟਾਈਪ, C ਟਾਈਪ, D ਟਾਈਪ ਔਰ KZ ਟਾਈਪ। ਇਹ 5 ਤਰ੍ਹਾਂ ਦੇ MCB ਆਪਾਂ ਅੱਜ ਕੱਲ੍ਹ ਯੂਜ਼ ਕਰਦੇ ਹਾਂ। ਜਿੱਥੇ 10 ਐਂਪੀਅਰ ਤੱਕ ਕਰੰਟ ਹੁੰਦਾ ਹੈ ਉੱਥੇ ਆਪਾਂ BC ਟਾਈਪ ਦੇ MCB ਯੂਜ਼ ਕਰਦੇ ਹਾਂ, ਲੇਕਿਨ ਜਿੱਥੇ ਥੋੜਾ ਹੈਵੀ ਹੋ ਜਾਂਦਾ ਆ ਉੱਥੇ ਆਪਾਂ D ਟਾਈਪ ਦੇ MCB ਯੂਜ਼ ਕਰਦੇ ਹਾਂ। ਔਰ KZ ਜਿਹੜੇ ਆ ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਜਗ੍ਹਾ ਤੇ ਲਗਾ ਦਿੰਦੇ ਆ, ਜਿਸ ਤਰ੍ਹਾਂ ਕਿ ਆਪਾਂ ਲੈਪਟਾਪ ਦਾ ਜਿੱਥੇ ਚਾਰਜ ਲਗਾਉਣਾ ਹੋਵੇ, ਚਾਹੇ ਜਾਂ ਆਪਣਾ PC ਮਤਲਬ ਪਰਸਨਲ ਕੰਪਿਊਟਰ, TV ਆਦਿ ਇਹੋ ਜਿਹੇ ਕੰਪੋਨੈਂਟ ਜਿਹੜੇ ਆਪਾਂ ਘਰੇਲੂ ਡੋਮੈਸਟਿਕ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ, ਉਹ ਆਪਾਂ ਜਿੱਥੇ ਲਗਾਉਂਦੇ ਹਾਂ ਉੱਥੇ ਆਪਾਂ K ਔਰ Z ਟਾਈਪ ਦੇ MCB ਆਪਾਂ ਉੱਥੇ ਯੂਜ਼ ਕਰਦੇ ਹਾਂ, ਤਾਂ ਕਿ ਇਹਦੀ
ਸੈਂਸ ਕਰਨ ਦੀ ਕੁਝ ਸੈਕਿੰਡ ਵਿੱਚ ਇਹ ਟ੍ਰਿਪ ਕਰ ਜਾਂਦਾ ਹੈ ਜਿੰਨਾ ਤੈਨੂੰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਪਰਸਨਲ ਕੰਪਿਊਟਰ ਹੋ ਗਿਆ, ਟੀਵੀ ਹੋ ਗਿਆ, ਕਾਫੀ ਮਹਿੰਗੀਆਂ ਕੋਸਟਲੀ ਹੁੰਦੀਆਂ ਨੇ ਔਰ ਇਹ ਸਾਡੇ ਤੇ ਕਾਫੀ ਨੁਕਸਾਨ ਹੋ ਸਕਦਾ ਹੈ। ਬਟ ਇਸ ਲਈ ਆਪਾਂ ਉੱਥੇ ਕੇ ਜ਼ੈਡ ਟਾਈਪ ਦਾ MCB ਯੂਜ਼ ਕਰਦੇ ਹਾਂ ਤਾਂ ਕਿ ਜਲਦੀ ਸੈਂਸ ਕਰਕੇ ਇਹ ਟ੍ਰਿਪ ਕਰ ਜਾਏ ਔਰ ਸਾਡੀ ਚੀਜ਼ ਜਿਹੜੀ ਨੈਕਸਟ ਹੈ ਜਿਸ ਕਨੈਕਸ਼ਨ ਤੇ ਲੱਗੀ ਹੋਈ ਆ ਉਹ ਨਲ ਸੜਨ ਤੋਂ ਬਚ ਜਾਏ। ਅੱਗੇ ਆਪਾਂ ਦੇਖਦੇ ਹਾਂ ਜੀ ਅਗਰ ਸਪਲਾਈ ਸਿੰਗਲ ਫੇਸ ਹੈ ਤਾਂ ਸਾਨੂੰ ਮੇਨ ਸਵਿਚ ਲਈ 2 ਪੋਲ ਯਾਨੀ ਕਿ ਡਬਲ ਪੋਲ ਯਾਨੀ ਕਿ DP MCB ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਕਿ ਪਿਛਲੀ ਸਲਾਈਡ ਵਿੱਚ ਆਪਾਂ ਦੇਖਿਆ ਸੀਗਾ ਕਿ ਉੱਥੇ ਆਪਾਂ DP ਇੱਕ ਇਹ ਜਿਸ ਤਰ੍ਹਾਂ ਇਹ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ ਇਹ ਹੈ ਸਿੰਗਲ MCB, ਠੀਕ ਹੈ ਜੀ। ਲੇਕਿਨ ਜਦੋਂ ਆਪਾਂ ਮੇਨ ਸਵਿਚ ਦੇ ਯੂਜ਼ ਕਰਦੇ ਹਾਂ ਉੱਥੇ ਆਪਾਂ DP MCB ਮਤਲਬ ਡਬਲ ਪੋਲ MCB ਯੂਜ਼ ਕਰਦੇ ਹਾਂ। ਔਰ ਜਿੱਥੇ ਕਿਤੇ ਆਪਾਂ 3 ਫੇਸ ਤੇ MCB ਲਗਾਉਣਾ ਆ ਉੱਥੇ ਜਿੱਥੇ 3 ਫੇਸ ਸਪਲਾਈ ਦੇਣੀ ਹੋਵੇਗੀ ਉੱਥੇ ਆਪਾਂ TPN ਯੂਜ਼ ਕਰਦੇ ਹਾਂ, ਯਾਨੀ ਕਿ 3 ਪੋਲ ਨਿਊਟਰਲ ਲਿੰਕ ਆਪਾਂ ਉੱਥੇ ਯੂਜ਼ ਕਰਦੇ ਹਾਂ, ਉੱਥੇ ਆਪਾਂ TPN ਯੂਜ਼ ਕਰਦੇ ਹਾਂ MCB। ਔਰ ਹੁਣ ਡਿਸਟ੍ਰੀਬਿਊਸ਼ਨ ਬੋਰਡ ਆਪਾਂ ਤੁਹਾਨੂੰ ਮੈਂ ਦੱਸਦਾ ਹਾਂ ਹਰ ਇੱਕ ਕਮਰੇ ਵਿੱਚ। ਨੈਕਸਟ ਸਲਾਈਡ ਆਪਾਂ ਦੇਖਦੇ ਹਾਂ। ਆ ਦੇਖੋ ਨੈਕਸਟ ਸਲਾਈਡ ਵਿੱਚ ਆਪਾਂ ਯੂਜ਼ ਕੀਤਾ ਹੋਇਆ ELCB ਯੂਜ਼ ਕੀਤਾ ਹੋਇਆ ਔਰ ਉਸੇ ਤਰ੍ਹਾਂ ਹੀ 6 MCB ਯੂਜ਼ ਕੀਤੇ ਹੋਏ ਨੇ। ਇਹਦੇ ਵਿੱਚ ਕੀ ਆ ਹਰ ਇੱਕ ਕਮਰੇ ਨੂੰ ਡਿਸਟ੍ਰੀਬਿਊਸ਼ਨ ਬੋਰਡ ਅਲੱਗ-ਅਲੱਗ ਹੋਵੇਗਾ। ਪਰ ਇਸ ਗੱਲ ਦਾ ਧਿਆਨ ਦੇਣਾ ਹੈ ਕਿ ਕਿਸੇ ਵੀ ਡਿਸਟ੍ਰੀਬਿਊਸ਼ਨ ਬੋਰਡ ਤੇ 800 ਜਿਸ ਤਰ੍ਹਾਂ ਆਪਾਂ ISI ਰੂਲ ਦੇ ਅਕੋਰਡਿੰਗ 800 ਵਾਟ ਤੋਂ ਲੋਡ ਆਪਾਂ ਜ਼ਿਆਦਾ ਨਹੀਂ ਪਾਉਣਾ। ਔਰ ਇਹ ਵੀ ਚੀਜ਼ ਰੱਖਣੀ ਹੈ ਯਾਦ, ਅਗਰ 800 ਵਾਟ ਤੋਂ ਲੋਡ ਵੱਧਦਾ ਹੈ ਤਾਂ ਸਾਨੂੰ ਦੂਸਰਾ ਡਿਸਟ੍ਰੀਬਿਊਸ਼ਨ ਬੋਰਡ ਸਾਨੂੰ ਕੀ ਕਰਨਾ ਚਾਹੀਦਾ, ਯੂਜ਼ ਕਰਨਾ ਚਾਹੀਦਾ ਹੈ। ਔਰ ਇੱਕ ਗੱਲ ਧਿਆਨ ਰੱਖਣੀ ਚਾਹੀਦੀ ਹੈ, ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਵੀ ਇਹਦੇ ਵਿੱਚ 10 ਪੁਆਇੰਟ ਤੋਂ ਵੱਧ ਸਾਨੂੰ ਯੂਜ਼ ਨਹੀਂ ਕਰਨੇ ਚਾਹੀਦੇ ਸੌਕਟ ਵਿੱਚ, ਔਰ 3 ਪਿਨ ਸੌਕਟ ਹੀ ਸਾਨੂੰ ਯੂਜ਼ ਕਰਨੀ ਚਾਹੀਦੀ ਹੈ। ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਹਾਂਜੀ ਬੈਕ ਸਲਾਈਡ ਹਾਂਜੀ ਦੇਖੋ ਜੀ ਅੱਗੇ ਇਹਦੇ ਵਿੱਚ ਵਾਇਰਿੰਗ ਵਿੱਚ ਵੀ ਇੱਕ ਵਾਇਰਿੰਗ ਹੁੰਦੀ ਆ ਜੀ P ਜੁਆਇੰਟ ਵਾਇਰਿੰਗ, ਇੱਕ ਵਾਇਰਿੰਗ ਹੁੰਦੀ ਆ ਲੂਪ ਵਾਇਰਿੰਗ। ਆ ਦੇਖੋ ਆਪਾਂ ਗੱਲ ਕਰਦੇ ਹਾਂ T ਜੁਆਇੰਟ ਵਾਇਰਿੰਗ ਬਾਰੇ। ਇਹਦੇ ਵਿੱਚ ਵੀ ਉਹੀ ਸਿਸਟਮ ਹੈ ਕਿ ਇਹਦੇ ਵਿੱਚ ਫ੍ਰੀ ਸਿਸਟਮ ਦੀ ਤਰ੍ਹਾਂ ਇਹਦੇ ਵਿੱਚ ਫੇਸ ਔਰ ਨਿਊਟਰਲ ਆਪਾਂ 2 ਤਰ੍ਹਾਂ ਲੈਣੇ ਆ ਜੀ। ਇਹ 2 ਤਰ੍ਹਾਂ ਸਿੰਪਲ ਆ ਰਹੀਆਂ ਨੇ ਔਰ ਆਪਾਂ ਇੱਕ ਲੈਂਪ ਔਰ ਸਵਿਚ ਦਿੰਦੇ ਆ, ਆਪਾਂ ਕਨੈਕਸ਼ਨ ਲੈਣੇ ਆ। ਉਹ ਇਸ ਤਰ੍ਹਾਂ ਆ ਇਹਦੇ ਵਿੱਚ ਆਪਾਂ ਫੇਸ ਕਨੈਕਟ ਕੀਤਾ ਔਰ ਸਵਿਚ ਨੂੰ ਦੇ ਦਿੰਦੇ ਆ ਔਰ ਉਸੇ ਤਰ੍ਹਾਂ ਹੀ ਨਿਊਟਰਲ ਕਨੈਕਟ ਕਰਕੇ ਔਰ ਆਪਾਂ ਇੱਕ ਲੈਂਪ ਨੂੰ ਦੇ ਦਿੰਦੇ ਆ ਔਰ ਸਵਿਚ ਤੋਂ ਹੀ ਹਾਫ ਨੂੰ ਆਪਾਂ ਲੈਂਪ ਨੂੰ ਦੇ ਦਿੰਦੇ ਆ। ਔਰ ਇਸੇ ਤਰ੍ਹਾਂ ਹੀ ਉਸੇ ਫੇਸ ਔਰ ਉਸੇ ਨਿਊਟਰਲ ਤੋਂ ਹੀ ਆਪਾਂ ਨੈਕਸਟ ਫੰਕਸ਼ਨ ਸਰਕਟ ਤੇ ਜਾਂਦੇ ਆ ਔਰ ਉਸੇ ਸਰਕਟ ਵਿੱਚ ਹੀ ਆਪਾਂ ਏਦਾਂ ਕਰਦੇ ਆ, ਫੇਸ ਤੋਂ ਆਪਾਂ ਲੈ ਕੇ ਇੱਕ ਸਵਿਚ ਨੂੰ ਦੇ ਦਿੰਦੇ ਆ ਔਰ ਨਿਊਟਰਲ ਲੈ ਕੇ ਆਪਾਂ ਲੈਂਪ ਨੂੰ ਦੇ ਦਿੰਦੇ ਆ ਔਰ ਆਪਾਂ ਇਹਨਾਂ ਦੋਨਾਂ ਨੂੰ ਜੁਆਇੰਟ ਕਰ ਦਿੰਦੇ ਆ ਹਾਫ ਨੂੰ ਔਰ ਇਹ ਸਰਕਟ ਦੋਨੇ ਵੱਖ-ਵੱਖ ਕੰਪਲੀਟ ਹੋ ਜਾਂਦੇ ਨੇ। ਲੇਕਿਨ ਲੂਪ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਉਹਦੇ ਵਿੱਚ ਹੁੰਦਾ ਹੈ ਵੀ ਸਰਕਟ ਤੋਂ ਹੀ ਆਪਾਂ ਦੂਸਰੇ ਸਰਕਟ ਤੱਕ ਸਪਲਾਈ ਪਹੁੰਚਾਉਂਦੇ ਆ। ਬਟ ਇਹਦੇ ਵਿੱਚ ਹੈ ਆਪਾਂ ਵੱਖ-ਵੱਖ ਸਰਕਟ ਤੋਂ ਵੱਖ-ਵੱਖ ਸਰਕਟ ਨੂੰ ਚਲਾਉਣ ਦੇ ਲਈ ਫੇਸ ਔਰ ਨਿਊਟਰਲ ਤੋਂ ਜੁਆਇੰਟ ਬਾਕਸ ਪਾ ਕੇ ਇਹ ਡੱਬੇ ਬਣੇ ਹੋਏ ਨੇ ਛੋਟੇ-ਛੋਟੇ, ਤੁਸੀਂ ਦੇਖ ਰਹੇ ਹੋ ਇਹ ਕੀ ਹੈ ਜੁਆਇੰਟ ਬਾਕਸ ਹੈ
ਇਹ ਜੁਆਇੰਟ ਬਾਕਸ ਆਪਾਂ ਉੱਥੋਂ ਪਾ ਕੇ ਔਰ ਵੱਖਰੇ ਵੱਖਰੇ ਕਨੈਕਟ ਕਰਕੇ ਆਪਾਂ ਸਵਿਚ ਨੂੰ ਔਰ ਲੈਂਪ ਨੂੰ ਸਪਲਾਈ ਦੇ ਸਕਦੇ ਹਾਂ। ਇਹਦੇ ਵਿੱਚ ਦੇਖਦੇ ਹਾਂ 2 ਸਰਕਟ ਸਾਡੇ ਕੰਪਲੀਟ ਨੇ, ਲੇਕਿਨ ਆਪਾਂ ਜੁਆਇੰਟ ਪਾ ਕੇ ਜੁਆਇੰਟ ਬਾਕਸ ਪਾ ਕੇ ਉਸੇ ਫੇਸ ਔਰ ਨਿਊਟਰਲ ਤੋਂ 2 ਸਰਕਟ ਤਿਆਰ ਕੀਤੇ ਹੋਏ ਨੇ। ਔਰ ਨੈਕਸਟ ਆਪਾਂ ਦੇਖਦੇ ਹਾਂ ਇਸੇ ਤਰ੍ਹਾਂ ਹੀ ਲੂਪ ਵਾਇਰਿੰਗ। ਨੈਕਸਟ ਸਲਾਈਡ ਆਪਾਂ ਦੇਖਦੇ ਹਾਂ। ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਹਾਂਜੀ, ਇਹਦੇ ਵਿੱਚ ਆਪਾਂ ਦੇਖਦੇ ਹਾਂ, ਇਹਦੇ ਵਿੱਚ ਹੈ ਲੂਪ ਵਾਇਰਿੰਗ। ਜਿਸ ਤਰ੍ਹਾਂ ਕਿ ਤੁਸੀਂ ਆਪਾਂ ਸਾਰਿਆਂ ਨੇ ਟੀ ਜੁਆਇੰਟ ਵਾਇਰਿੰਗ ਵਿੱਚ ਦੇਖਿਆ ਹੈ ਵੀ ਉਹਦੇ ਵਿੱਚ ਫੇਸ ਔਰ ਨਿਊਟਰਲ ਆ ਰਹੀ ਹੈ ਔਰ ਆਪਾਂ ਉਹਦੇ ਵਿੱਚੋਂ ਹੀ ਫਸਟ ਸਰਕਟ ਨੂੰ ਸਪਲਾਈ ਦਿੱਤੀ ਔਰ ਨੈਕਸਟ ਸਰਕਟ ਨੂੰ ਵੀ ਉਸੇ ਵਿੱਚੋਂ ਹੀ ਸਪਲਾਈ ਦਿੱਤੀ। ਲੇਕਿਨ ਲੂਪ ਵਾਇਰਿੰਗ ਸਿਸਟਮ ਵਿੱਚ ਇਸ ਤਰ੍ਹਾਂ ਹੁੰਦਾ ਆ ਵੀ ਆਪਾਂ ਇੱਕ ਸਰਕਟ ਆਪਾਂ ਜੁਆਇੰਟ ਲਗਾ ਕੇ ਫੇਸ ਔਰ ਨਿਊਟਰਲ ਦੇ ਜੁਆਇੰਟ ਲਗਾ ਕੇ ਆਪਾਂ ਸਵਿਚ ਔਰ ਲੈਂਪ ਨੂੰ ਸਪਲਾਈ ਦਿੰਦੇ ਹਾਂ। ਲੇਕਿਨ ਇਹਦੀ ਨੈਕਸਟ ਸਿਸਟਮ ਨੂੰ ਚਲਾਉਣ ਵਾਸਤੇ, ਨੈਕਸਟ ਸਰਕਟ ਨੂੰ ਚਲਾਉਣ ਵਾਸਤੇ ਆਪਾਂ ਹੀ ਕਰਦੇ ਹਾਂ, ਉਸੇ ਲੈਂਪ ਤੋਂ ਹੀ ਆਪਾਂ ਸਪਲਾਈ ਚੁੱਕਦੇ ਹਾਂ ਔਰ ਉਸੇ ਸਵਿਚ ਤੋਂ ਹੀ ਆਪਾਂ ਸਪਲਾਈ ਲੈ ਲੈਂਦੇ ਹਾਂ ਔਰ ਸਾਡਾ ਨੈਕਸਟ ਸਰਕਟ ਕੀ ਹੋ ਜਾਂਦਾ, ਕੰਪਲੀਟ ਹੋ ਜਾਂਦਾ। ਲੇਕਿਨ ਟੀ ਜੁਆਇੰਟ ਵਾਇਰਿੰਗ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਉਹਦੇ ਵਿੱਚ ਆਪਾਂ ਵੱਖ-ਵੱਖ ਪੁਆਇੰਟ, ਵੱਖ-ਵੱਖ ਸਰਕਟ ਆਪਾਂ ਜੁਆਇੰਟ ਕਰਕੇ ਫੇਸ ਔਰ ਨਿਊਟਰਲ ਤੋਂ ਲੈ ਲੈਂਦੇ ਹਾਂ। ਲੇਕਿਨ ਇਹਦੇ ਵਿੱਚ ਆਪਾਂ ਫੇਸ ਨਿਊਟਰਲ ਤੋਂ ਨਹੀਂ ਕਨੈਕਸ਼ਨ ਲੈਂਦੇ, ਇਸ ਤੋਂ ਆਪਾਂ ਕਨੈਕਸ਼ਨ ਜਿਹੜਾ ਵਾ ਉਸ ਤੋਂ ਹੀ ਲੈ ਲੈਂਦੇ ਹਾਂ। ਜੋ ਸਾਡਾ ਪਹਿਲਾ ਸਰਕਟ ਆ ਉਸੇ ਤੋਂ ਹੀ ਆਪਾਂ ਜੁਆਇੰਟ ਪਾ ਕੇ ਪੁਆਇੰਟ ਤੋਂ ਆਪਾਂ ਨੈਕਸਟ ਸਰਕਟ ਦੇ ਪੁਆਇੰਟ ਤੱਕ ਸਪਲਾਈ ਲੈ ਜਾਂਦੇ ਹਾਂ। ਔਰ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਇਹ ਸੀਗੀਆਂ ਸਾਡੀਆਂ 2 ਤਰ੍ਹਾਂ ਦੀਆਂ ਵਾਇਰਿੰਗ, ਇੱਕ ਟੀ ਜੁਆਇੰਟ ਵਾਇਰਿੰਗ ਔਰ ਇੱਕ ਲੂਪ ਵਾਇਰਿੰਗ। ਹੁਣ ਆਪਾਂ ਦੇਖਦੇ ਹਾਂ ਸਿੰਗਲ ਫੇਸ ਹਾਊਸ ਵਾਇਰਿੰਗ ਡਿਸਟ੍ਰੀਬਿਊਸ਼ਨ ਬੋਰਡ। ਇਹਦੇ ਵਿੱਚ ਦੇਖਦੇ ਹਾਂ ਜਿਸ ਤਰ੍ਹਾਂ ਅਕੋਰਡਿੰਗ ਟੂ ਰੂਲ ISI ਉਹਦੇ ਵਿੱਚ ਹੈ ਵੀ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਔਰ 10 ਪੁਆਇੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਆਪਾਂ ਇੱਕ ਰੂਮ ਦਾ ਸਰਕਟ ਮਤਲਬ ਬੋਰਡ ਤਿਆਰ ਕੀਤਾ ਹੈ, ਡਿਸਟ੍ਰੀਬਿਊਸ਼ਨ ਬੋਰਡ। ਉਹਦੇ ਵਿੱਚ ਦੇਖਦੇ ਹਾਂ ਆਪਾਂ 3 ਪਿਨ ਸੌਕਟ ਲਗਾਈ ਹੋਈ ਹੈ ਔਰ ਜਿਹੜੀ ਗ੍ਰੀਨ ਵਾਲੀ ਵਾਇਰ ਹੈ ਉਹ ਕੀ ਹੈ, ਸਾਡੀ ਅਰਥ ਵਾਇਰ, ਔਰ ਬਲੈਕ ਕਲਰ ਦੀ ਜਿਹੜੀ ਵਾਇਰ ਆ ਉਹ ਸਾਡੀ ਨਿਊਟਰਲ ਵਾਇਰ, ਔਰ ਰੈਡ ਕਲਰ ਦੀ ਸਾਡੀ ਜਿਹੜੀ ਵਾਇਰ ਆ ਉਹ ਹੈ ਲਾਈਨ ਵਾਇਰ। ਇਹਦੇ ਵਿੱਚ ਆਪਾਂ ਦੇਖਦੇ ਹਾਂ, ਇਹਦੇ ਵਿੱਚ ਆਪਾਂ ਨਿਊਟਰਲ ਦੇ ਦਿੱਤੀ ਔਰ ਆਪਾਂ ਫੇਸ ਸਾਰਿਆਂ ਦਾ ਆਪਾਂ ਕਾਮਨ ਕਰ ਦਿੰਦੇ ਹਾਂ। ਔਰ ਇੱਧਰ ਦੇਖਦੇ ਹਾਂ ਵੀ ਆਪਾਂ ਫੇਸ ਜਦੋਂ ਕਾਮਨ ਕਰ ਦਿੰਦੇ ਹਾਂ ਔਰ ਫਸਟ ਲੈਂਪ ਨੂੰ ਆਪਾਂ ਹਾਫ ਦੇ ਦਿੰਦੇ ਹਾਂ, ਉੱਥੋਂ ਹੀ ਸਵਿਚ ਤੋਂ ਹੀ ਹਾਫ ਚੁੱਕ ਕੇ ਆਪਾਂ ਲੈਂਪ ਨੂੰ ਦੇ ਦਿੰਦੇ ਹਾਂ। ਉਸੇ ਤਰ੍ਹਾਂ ਹੀ ਨੈਕਸਟ ਸਵਿਚ ਤੇ ਵੀ ਆਪਾਂ ਉੱਥੋਂ ਹੀ ਹਾਫ ਚੁੱਕ ਕੇ ਆਪਾਂ ਫੈਨ ਨੂੰ, ਸੀਲਿੰਗ ਫੈਨ ਨੂੰ ਦੇ ਦਿੰਦੇ ਹਾਂ ਔਰ ਉੱਥੋਂ ਹੀ ਹਾਫ ਚੁੱਕ ਕੇ ਆਪਾਂ ਨੈਕਸਟ ਲੈਂਪ ਨੂੰ ਦੇ ਦਿੰਦੇ ਹਾਂ। ਇਸ ਤਰ੍ਹਾਂ ਹੀ ਆਪਾਂ ਇੱਕ ਕਮਰੇ ਦਾ ਡਿਸਟ੍ਰੀਬਿਊਸ਼ਨ ਬੋਰਡ ਸਾਡਾ ਤਿਆਰ ਹੋ ਜਾਂਦਾ ਹੈ। ਇੱਕ 3 ਪਿਨ ਸੌਕਟ ਔਰ ਬਾਕੀ ਸਵਿਚ ਔਰ ਉਹਨਾਂ ਦੀਆਂ ਹੀ ਆਪਾਂ ਹਾਫ ਲੈ ਕੇ ਦੇ ਦਿੰਦੇ ਹਾਂ ਔਰ ਗ੍ਰੀਨ ਕਲਰ ਦੀ ਵਾਇਰ ਜਿਹੜੀ ਆ ਉਹ ਆ ਅਰਥ ਵਾਇਰ। ਅੱਗੇ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਅੱਗੇ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਹਾਂਜੀ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਪਲੀਟ ਵਾਇਰਿੰਗ। ਇਹ ਹੈ ਜੀ ਸਾਡੀ ਪਲੀਟ ਵਾਇਰਿੰਗ ਆ ਜੀ। ਪਲੀਟ ਵਾਇਰਿੰਗ ਦੇ ਵਿੱਚ ਆਪਾਂ ਦੇਖਦੇ ਹਾਂ, ਇਹਦੇ ਵਿੱਚ ਦੇਖੋ ਆਪਾਂ ਬ੍ਰੈਕਟਸ 2 ਪਈਆਂ ਹੋਈਆਂ ਨੇ ਔਰ ਬ੍ਰੈਕਟਸ ਦੇ ਵਿੱਚ ਵਾਇਰਸ ਰੱਖੀਆਂ ਹੋਈਆਂ ਨੇ ਔਰ ਇਹ ਪਲੀਟ ਬ੍ਰੈਕਟਸ ਅਜੇ ਓਪਨ ਨੇ। ਇਹ ਜਿਹੜੀ ਆ ਇਹ ਚੀਨੀ ਮਿੱਟੀ ਦੇ, ਇਹ ਬ੍ਰੈਕਟਸ ਜਿਹੜੇ ਵਾਈਟ ਕਲਰ ਦੇ ਆਪਾਂ ਦੇਖ ਰਹੇ ਹਾਂ, ਇਹ ਚੀਨੀ ਮਿੱਟੀ ਦੇ ਬਣੇ ਹੁੰਦੇ ਆ ਜੀ। ਇਹਨਾਂ ਦੀ ਵਰਤੋਂ ਤਾਰਾਂ ਨੂੰ ਪਕੜਨ ਅਤੇ ਟੇਕ ਦੇਣ ਵਾਸਤੇ, ਮਤਲਬ ਜਿਸ ਤਰ੍ਹਾਂ ਆਪਾਂ ਤਾਰਾਂ ਨੂੰ ਇਹਨਾਂ ਬ੍ਰੈਕਟਸ ਦੇ ਵਿੱਚ ਰੱਖਿਆ ਹੋਇਆ, ਇਸ ਤਰ੍ਹਾਂ ਹੀ ਇਹਨਾਂ ਦੇ ਟੇਕ ਕਰਦੇ ਨੇ, ਇਹਨਾਂ ਨੂੰ ਰੱਖਿਆ ਜਾਂਦਾ ਹੈ। ਤਾਰਾਂ ਵਾਸਤੇ ਇਹਨਾਂ ਉੱਪਰ 2 ਜਾਂ 3 ਝਰੀਆਂ ਪਈਆਂ ਹੁੰਦੀਆਂ ਹਨ। ਇਹਦੇ ਵਿੱਚ ਆਪਣੇ ਕੋਲ 2 ਤਰ੍ਹਾਂ ਦੀਆਂ ਬ੍ਰੈਕਟਸ ਹੁੰਦੀਆਂ ਨੇ, ਇੱਕ 2 ਤਰ੍ਹਾਂ ਦੀਆਂ ਝਰੀਆਂ ਹੁੰਦੀਆਂ ਬ੍ਰੈਕਟਸ ਵਿੱਚ, ਇੱਕ ਵਿੱਚ 3 ਤਰ੍ਹਾਂ ਦੀਆਂ ਝਰੀਆਂ ਹੁੰਦੀਆਂ ਨੇ। ਔਰ ਇਹਦੇ ਵਿੱਚ
ਇਹ ਬ੍ਰੈਕਟ ਜੋ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਤਿੰਨ ਝਰੀਆਂ ਵਾਲੀ ਇਹ ਬ੍ਰੈਕਟ ਹੈ। ਇਹਨਾਂ ਨੂੰ ਲਗਭਗ 40 ਸੈਂਟੀਮੀਟਰ ਦੇ ਆਪਸੀ ਅੰਤਰ ਤੇ ਪੇਜ ਅਤੇ ਗੱਟੀਆਂ ਦੀ ਸਹਾਇਤਾ ਨਾਲ ਫਿੱਟ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ, ਇਹਨਾਂ ਵਿੱਚ ਗੈਪ ਪਾਇਆ ਜਾਂਦਾ ਹੈ ਤਾਂ ਕਿ ਇਹ ਤਾਰਾਂ ਆਪਸ ਵਿੱਚ ਜੁੜ ਨਾ ਸਕਣ, ਤਾਂ ਕਿ ਕਰੰਟ ਜ਼ਿਆਦਾ ਆਉਣ ਤੇ ਕਿਸੇ ਵੇਲੇ ਵਾਇਰਸ ਮੈਲਟ ਹੋ ਜਾਂਦੀਆਂ ਨੇ ਔਰ ਆਪਸ ਵਿੱਚ ਉਹ ਜੁੜ ਜਾਂਦੀਆਂ ਨੇ। ਲੇਕਿਨ ਇਹਦੇ ਵਿੱਚ ਦੇਖੋ ਬ੍ਰੈਕਟ ਵਿੱਚ ਕਾਫੀ ਮਤਲਬ ਗੈਪ ਦਿੱਤਾ ਹੋਇਆ ਕਿ ਤਾਂ ਕਿ ਇਹ ਆਪਸ ਵਿੱਚ ਜੁੜ ਨਾ ਸਕਣ। ਔਰ ਨੈਕਸਟ ਸਲਾਈਡ ਆਪਾਂ ਦੇਖਦੇ ਹਾਂ। ਨੈਕਸਟ ਸਲਾਈਡ ਵਿੱਚ ਆਪਾਂ ਦੇਖਦੇ ਹਾਂ ਇਹ ਉਹੀ ਜੋ ਆਪਾਂ ਪਿਛਲੀ ਸਲਾਈਡ ਵਿੱਚ ਦੇਖਿਆ ਹੈ। ਇਹ ਬ੍ਰੈਕਟਸ 3 ਵਾਇਰ ਸੀ ਉਹਦੇ ਵਿੱਚ, ਔਰ ਇਸ ਵਿੱਚ ਵੀ 3 ਵਾਇਰਸ ਨੇ, ਲੇਕਿਨ ਉਹ ਓਪਨ ਸੀਗੀ ਬ੍ਰੈਕਟਸ ਔਰ ਇਹਦੇ ਵਿੱਚ ਆਪਾਂ ਬ੍ਰੈਕਟਸ ਨੂੰ ਬੰਦ ਕਰ ਦਿੱਤਾ ਹੋਇਆ। ਔਰ ਨਾਲ ਹੀ ਆਪਾਂ ਦੇਖ ਲਈਏ ਹਾਂ ਕਲੀਟ ਵਾਇਰਿੰਗ ਵਿੱਚ ਕੀ ਹੈ। ਆ ਦੇਖੋ ਆਪਾਂ ਕਲੀਟ ਵਾਇਰਿੰਗ ਕੰਪਲੀਟ ਵਾਇਰਿੰਗ ਆਪਾਂ ਦੇਖਦੇ ਹਾਂ, ਔਰ ਇਹ ਥੋੜਾ ਦੇਖਣ ਵਿੱਚ ਸਹੀ ਨਹੀਂ ਚੱਲਦੀ ਕਿਉਂਕਿ ਅੱਜ ਕੱਲ ਆਪਾਂ ਜ਼ਿਆਦਾਤਰ ਅੰਡਰਗਰਾਉਂਡ ਹੀ ਯੂਜ਼ ਕਰਦੇ ਹਾਂ। ਔਰ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੈਟਨ ਵਾਇਰਿੰਗ। ਇਹ ਬੈਟਨ ਵਾਇਰਿੰਗ ਜਿਹੜੀ ਆ ਇਹ ਲੱਕੜ ਯੂਜ਼ ਹੁੰਦੀ ਹੈ ਜਿਹਦੇ ਵਿੱਚ ਫੱਟੀਆਂ, ਇਹਦੀ ਆਪਾਂ ਗੱਲ ਕਰਦੇ ਹਾਂ। ਇਹ ਇੱਕ ਟੀਕ ਵੁੱਡ ਜਾਂ ਅੰਬ ਆਦਿ ਦੀਆਂ ਲੱਕੜਾਂ ਦੀਆਂ ਸਿੱਧੀਆਂ ਬਣੀਆਂ ਹੋਈਆਂ ਫੱਟੀਆਂ ਹੁੰਦੀਆਂ ਹਨ। ਇਹ ਬੈਟਨ ਵਾਇਰਿੰਗ ਕਾਫੀ ਸਿੰਪਲ ਵਾਇਰਿੰਗ ਹੁੰਦੀ ਹੈ ਔਰ ਇਹਨਾਂ ਦੀ ਮੋਟਾਈ ਲਗਭਗ 10 ਮਿਲੀਮੀਟਰ ਹੀ ਹੁੰਦੀ ਹੈ। ਇਹ ਫੱਟੀਆਂ ਦੀਵਾਰਾਂ ਨਾਲ ਗੱਟੀਆਂ ਅਤੇ ਪੇਜਾਂ ਦੀ ਸਹਾਇਤਾ ਨਾਲ ਫਿੱਟ ਕੀਤੀਆਂ ਜਾਂਦੀਆਂ ਹਨ। ਇਹਨਾਂ ਉੱਪਰ ਤਾਰਾਂ ਨੂੰ ਲਿੰਕ ਕਲਿੱਪਸ ਦੀ ਸਹਾਇਤਾ ਨਾਲ ਫਿੱਟ ਕੀਤਾ ਜਾਂਦਾ ਹੈ। ਇਹ ਸਾਡੀ ਹੈ ਬੈਟਨ ਵਾਇਰਿੰਗ। ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਨੈਕਸਟ ਸਲਾਈਡ ਵਿੱਚ ਸਾਡੇ ਕੋਲ ਅੱਗੇ ਵੁਡਨ ਕੇਸਿੰਗ ਕੈਪਿੰਗ ਵਾਇਰਿੰਗ। ਇਹ ਵੀ ਇੱਕ ਇਹਦੇ ਵਿੱਚ ਵੀ ਆਪਾਂ ਦੇਖਦੇ ਹਾਂ, ਤੁਸੀਂ ਸੈਂਟਰ ਵਿੱਚ ਸਲਾਈਡ ਵਿੱਚ ਸੈਂਟਰ ਵਿੱਚ ਤੁਸੀਂ ਦੇਖ ਰਹੇ ਹੋ। ਇਹਦੇ ਵਿੱਚ ਕੀ ਹੈ, ਇਹ ਲੱਕੜ ਦੀਆਂ ਨਾਲੀਦਾਰ ਪੱਟੀਆਂ ਹੁੰਦੀਆਂ ਹਨ। ਇਹਦੇ ਵਿੱਚ ਬਲੈਕ ਕਲਰ ਦੀ ਵਾਇਰਸ ਵੀ ਰੱਖੀਆਂ ਹੋਈਆਂ ਨੇ, ਤੁਸੀਂ ਦੇਖ ਰਹੇ ਹੋ ਸਲਾਈਡ ਵਿੱਚ ਨਾਲੀਦਾਰ ਪੱਟੀਆਂ ਹਨ। ਇਹਨਾਂ ਦੀ ਵਰਤੋਂ ਕੁਝ ਸਾਲ ਪਹਿਲਾਂ ਅੰਦਰੂਨੀ ਵਾਇਰਿੰਗ ਵਾਸਤੇ ਕਾਫੀ ਕੀਤੀ ਜਾਂਦੀ ਸੀ, ਬਟ ਅੱਜ ਕੱਲ ਇਸ ਕਿਸਮ ਦੀ ਵਾਇਰਿੰਗ ਲਗਭਗ ਸਮਾਪਤ ਹੋ ਚੁੱਕੀ ਹੈ। ਪਰ ਇਸ ਦੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਹ ਫੱਟੀਆਂ ਸਾਗਵਾਨ ਲੱਕੜ, ਜਿਹਨੂੰ ਆਪਾਂ ਟੀਕ ਵੁੱਡ ਦੀਆਂ ਸਿੱਧੀਆਂ ਲਰਾਂ ਨਾਲ ਬਣੀਆਂ ਹੁੰਦੀਆਂ ਹਨ। ਕੇਸਿੰਗ ਵਿੱਚ 2 ਝਰੀਆਂ ਪਈਆਂ ਹੁੰਦੀਆਂ ਹਨ ਜਾਂ 3 ਝਰੀਆਂ ਪਈਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਆਪਾਂ ਤਾਰਾਂ ਨੂੰ ਰੱਖ ਦਿੰਦੇ ਹਾਂ, ਜਿੱਦਾਂ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ ਰੱਖੀਆਂ ਹੋਈਆਂ ਨੇ। ਕੇਸਿੰਗ ਕੈਪਿੰਗ ਅਤੇ ਪੇਜਾਂ ਦੀ ਸਹਾਇਤਾ ਨਾਲ ਦੀਵਾਰ ਨਾਲ ਫਿੱਟ ਕੀਤੀ ਜਾਂਦੀ ਹੈ। ਤਾਰਾਂ ਨੂੰ ਢੱਕਣ ਵਾਸਤੇ ਕੇਸਿੰਗ ਉੱਪਰ ਕੈਪਿੰਗ ਜਾਂ ਪਤਲੀ ਫੋਟੋ ਛੋਟੇ 12 mm ਲੱਕੜੀ ਦੇ ਪੇਜਾਂ ਨਾਲ ਕੱਸ ਦਿੱਤੀ ਜਾਂਦੀ ਹੈ। ਅੱਛਾ, ਕੇਸਿੰਗ ਕੈਪਿੰਗ ਦੀ ਚੌੜਾਈ ਜਿਹੜੀ ਉਹ ਮੈਂ ਤੁਹਾਨੂੰ ਦੱਸਦਾ ਹਾਂ 44, 51, 64, 76, 89 ਜਾਂ 102 ਮਿਲੀਮੀਟਰ ਦੀ ਹੁੰਦੀ ਹੈ। ਹਰ ਕੇਸਿੰਗ ਵਿੱਚ 2 ਝਰੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਚੌੜਾਈ ਕ੍ਰਮਵਾਰ 6.35, 9.53 ਔਰ 12.7 ਔਰ 16 ਜਾਂ 19 ਮਿਲੀਮੀਟਰ ਦੀ ਹੁੰਦੀ ਹੈ। ਇਹਨਾਂ ਪੱਟੀਆਂ ਦੀ ਲੰਬਾਈ ਜਿਹੜੀ ਆ 2.5 ਮੀਟਰ ਤੋਂ ਲੈ ਕੇ 3.0 ਮੀਟਰ ਤੱਕ ਹੀ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਇਹ ਹੈਗੀ ਸਾਡੀ ਵੁਡਨ ਕੇਸਿੰਗ ਕੈਪਿੰਗ ਵਾਇਰਿੰਗ। ਔਰ ਨੈਕਸਟ ਸਲਾਈਡ ਆਪਾਂ ਦੇਖਦੇ ਹਾਂ। ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਆਪਾਂ ਨੈਕਸਟ ਗੱਲ ਕਰਦੇ ਹਾਂ PVC ਬੈਕ ਸਲਾਈਡ ਦੇਖਦੇ ਹਾਂ ਆਪਾਂ ਬੈਕ ਸਲਾਈਡ।
हाँ ਇਹਦੇ ਵਿੱਚ ਆਪਾਂ ਦੇਖਦੇ ਹਾਂ PVC ਕੇਸਿੰਗ ਕੈਪਿੰਗ ਵਾਇਰਿੰਗ। ਇਹ ਪਿਛੇ ਸਲਾਈਡ 'ਚ ਆਪਾਂ ਦੇਖਿਆ ਸੀਗਾ ਉਹਦੇ ਵਿੱਚ ਲੱਕੜ ਦੀ ਕੇਸਿੰਗ ਕੈਪਿੰਗ ਵਾਇਰਿੰਗ ਸੀਗੀ, ਲੇਕਿਨ ਇਹਦੇ ਵਿੱਚ ਕੀ ਆ PVC ਕੇਸਿੰਗ ਕੈਪਿੰਗ ਵਾਇਰਿੰਗ। ਇਹਦੇ ਵਿੱਚ ਆਪਾਂ ਦੇਖਦੇ ਹਾਂ ਲੱਕੜ ਦੀ ਕੇਸਿੰਗ ਕੈਪਿੰਗ ਦੀ ਥਾਂ ਅੱਜ ਕੱਲ੍ਹ ਕਾਫੀ ਇਹ ਜਿਹੜੀ ਆ PVC ਕੇਸਿੰਗ ਕੈਪਿੰਗ ਕਾਫੀ ਯੂਜ਼ ਜ਼ਿਆਦਾ ਹੋ ਰਹੀ ਹੈ। ਇਹ ਘੱਟ ਥਾਂ ਕਿ ਇਹਦਾ ਫਸਟ ਪੁਆਇੰਟ ਇਹ ਹੈ ਵੀ ਇਹ ਬਹੁਤ ਹੀ ਘੱਟ ਥਾਂ ਘੇਰਦੀ ਹੈ ਅਤੇ ਜ਼ਿਆਦਾ ਤਾਰਾ ਆਪਣੇ ਅੰਦਰ ਲੈ ਸਕਦੀ ਹੈ। ਇਹ ਇੱਕੋ ਸਰੀਰ ਦੀ ਚੌੜਾਈ ਫਲੈਟ ਆਕਾਰ ਦੀ ਹੀ ਬਣੀ ਹੁੰਦੀ ਹੈ, ਜਿਸ ਤਰ੍ਹਾਂ ਕਿ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ, ਔਰ ਇਹਦੇ ਉੱਪਰ ਬਾਅਦ ਵਿੱਚ ਕੈਪ ਚਾੜਿਆ ਜਾਂਦਾ ਹੈ। ਕੇਸਿੰਗ ਅਤੇ ਕੈਪਿੰਗ ਦੋਨੋਂ ਦੀਆਂ ਸਲਾਈਡਾਂ ਉੱਪਰ ਕਾਲਰ ਬਣੇ ਹੁੰਦੇ ਹਨ, ਜਿਹੜੇ ਕਿ ਸਲਾਈਡ ਕਰਕੇ ਇੱਕ ਦੂਜੇ ਵਿੱਚ ਫਿੱਟ ਹੋ ਜਾਂਦੇ ਹਨ। PVC ਕੇਸਿੰਗ ਕੈਪਿੰਗ ਇਹ 12 mm, 25 mm ਔਰ 30 mm ਅਤੇ 37 ਦੀ ਚੌੜਾਈ ਅਤੇ 10 mm ਤੋਂ 12 mm ਦੀ ਉਚਾਈ ਤੱਕ ਸਿੱਧੀ ਲੰਬਾਈ ਤੇ ਹੀ ਇਹ ਮਿਲਦੀਆਂ ਹਨ। ਇਹਨਾਂ ਦੀ ਲੰਬਾਈ 2 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਆਮ ਸਾਨੂੰ ਮਿਲ ਜਾਂਦੀ ਹੈ, ਜਿੱਥੇ ਕਮਰੇ ਦੀਆਂ ਕੰਧਾਂ ਨੂੰ ਨਾ ਪੁੱਟਣਾ ਹੋਵੇ ਅਤੇ ਦੇਖਣ ਵਿੱਚ ਠੀਕ ਲੱਗੇ। ਔਰ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਨੈਕਸਟ ਸਲਾਈਡ ਆ ਸਾਡੇ ਕੋਲ ਇਹ ਹੈ ਜੀ ਸਰਫੇਸ ਕੰਡਿਊਟ ਵਾਇਰਿੰਗ। ਇਹ ਵੀ ਅੱਜ ਕੱਲ੍ਹ ਫੈਕਟਰੀਜ਼ ਜਾਂ ਕਾਰਖਾਨਿਆਂ ਵਿੱਚ ਕਾਫੀ ਯੂਜ਼ ਹੁੰਦੀ ਹੈ। ਇਸ ਪ੍ਰਕਾਰ ਦੀ ਵਾਇਰਿੰਗ ਵਿੱਚ ਕੰਡਿਊਟ ਪਾਈਪਸ ਆਪਾਂ ਦੇਖ ਰਹੇ ਹਾਂ, ਜਿਹੜੀਆਂ ਯੈਲੋ ਰੈਡ ਕਲਰ ਦੇ ਕੰਡਿਊਟ ਪਾਈਪ ਨੇ। ਇਸ ਪਾਈਪਾਂ ਨੂੰ ਲੱਕੜੀ ਦੀਆਂ ਗੁਟਕਿਆਂ ਉੱਪਰ ਸ਼ੈਡਲਾਂ ਦੀ ਸਹਾਇਤਾ ਨਾਲ ਕੱਸਿਆ ਜਾਂਦਾ ਹੈ। ਗੁਟਕੇ ਦੀਵਾਰ ਵਿੱਚ ਫਿੱਟ ਕੀਤੀਆਂ ਪੱਟੀਆਂ ਉੱਪਰ ਪੇਜਾਂ ਨਾਲ ਕੱਸੇ ਜਾਂਦੇ ਹਨ। ਥਾਂ ਥਾਂ ਤੇ ਲੋੜ ਅਨੁਸਾਰ ਜੰਕਸ਼ਨ ਜਾਂ ਬਾਕਸ, ਬੈਂਡ, ਐਲਬੋ ਅਤੇ ਟੀ ਆਦਿ ਦੀ ਫਿੱਟ ਕੀਤੇ ਜਾਂਦੇ ਹਨ। ਇਸ ਤੋਂ ਉਪਰੰਤ ਤਾਰਾਂ ਨੂੰ ਪਾਈਪਸ ਵਿੱਚ ਸਟੀਲ ਦੇ ਬਾਰੀਕ ਤਾਰ ਨਾਲ ਖਿੱਚ ਕੇ ਹੀ ਪਾਇਆ ਜਾਂਦਾ ਹੈ। ਇਸ ਸਟੀਲ ਦੀ ਤਾਰ ਨੂੰ ਫਿਸ਼ਿੰਗ ਜਾਂ ਸਨੇਕ ਤਾਰ ਵੀ ਕਹਿੰਦੇ ਹਨ। ਇਸ ਪ੍ਰਕਾਰ ਦੀ ਵਾਇਰਿੰਗ ਕਾਰਖਾਨਿਆਂ ਅਤੇ ਪ੍ਰਯੋਗਸ਼ਾਲਾ ਵਿੱਚ ਕਾਫੀ ਯੂਜ਼ ਕੀਤੀ ਜਾਂਦੀ ਹੈ। ਅੱਜ ਕੱਲ੍ਹ ਪਾਈਪ ਕੰਧ ਉੱਤੇ ਲੱਕੜ ਦੀਆਂ ਗੱਟੀਆਂ ਦੇ ਤੋਂ ਬਿਨਾਂ ਹੀ ਫਿੱਟ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕਿ ਆਪਾਂ ਸਲਾਈਡ ਵਿੱਚ ਦੇਖ ਰਹੇ ਹਾਂ। ਔਰ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਇਹ ਹੈ ਜੀ ਸਾਡੀ ਅੰਡਰਗਰਾਊਂਡ ਕੰਡਿਊਟ ਵਾਇਰਿੰਗ। ਇਸ ਸਲਾਈਡ ਵਿੱਚ ਆਪਾਂ ਦੇਖਦੇ ਹਾਂ ਵੀ ਇੱਕ ਲੈਂਟਰ ਦੇ ਉੱਪਰ ਸਰੀਆਂ ਦਾ ਜਾਲ ਬੱਝਿਆ ਹੋਇਆ, ਔਰ ਉਹਦੇ ਉੱਪਰ ਕੰਡਿਊਟ ਵਾਇਰਿੰਗ ਯਾਨੀ ਕਿ PVC ਪਾਈਪ ਆਪਾਂ ਖਿਲਾਰੀਆਂ ਹੋਈਆਂ ਨੇ। ਇਸ ਪ੍ਰਕਾਰ ਦੀ ਵਾਇਰਿੰਗ ਵਿੱਚ ਵਰਤਿਆ ਗਿਆ ਕੰਡਿਊਟ ਪਾਈਪਸ ਵਿਖਾਈ ਨਹੀਂ ਦਿੰਦਾ, ਕਿਉਂਕਿ ਇਹਦੇ ਉੱਪਰ ਜਦੋਂ ਕੰਕਰੀਟ ਪੈ ਜਾਂਦਾ ਹੈ ਤੇ ਇਹ ਅੰਡਰਗਰਾਊਂਡ ਹੈ। ਇਹ ਪਾਈਪਸ ਸਭ ਢੱਕੀਆਂ ਜਾਣੀਆਂ ਨੇ, ਲੇਕਿਨ ਅਜੇ ਜਾਲ ਵਿਛਿਆ ਹੋਇਆ, ਇਸ ਕਰਕੇ ਇਹ ਪਹਿਲਾਂ ਦੀ ਫੋਟੋ ਹੈ। ਕੰਡਿਊਟ ਪਾਈਪਸ ਬਿਲਡਿੰਗ ਬਣਨ ਵੇਲੇ ਹੀ ਦੀਵਾਰਾਂ ਅਤੇ ਛੱਤਾਂ ਵਿੱਚ ਰੱਖ ਦਿੰਦੇ ਹਾਂ। ਇਹ ਲੈਂਟਰ ਪੈਣ ਤੋਂ ਪਹਿਲਾਂ ਹੀ ਉਹਨਾਂ ਵਿੱਚ ਇਹ ਪਾਈਪਸ ਰੱਖੀਆਂ ਹੋਈਆਂ ਨੇ। ਜੇ ਇਸ ਨੂੰ ਬਾਅਦ ਵਿੱਚ ਫਿੱਟ ਕਰਨਾ ਪਵੇ ਤਾਂ ਝਰੀਆਂ ਕੱਢਣ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਆਪਾਂ ਅੰਡਰਗਰਾਊਂਡ ਪਹਿਲਾਂ ਹੀ ਇਹਨਾਂ ਨੂੰ ਰੱਖ ਦਿੰਦੇ ਹਾਂ। ਪਹਿਲਾਂ ਹੀ ਇਹਨਾਂ ਪਾਈਪਾਂ ਨੂੰ ਹੁੱਕਾਂ ਦੇ ਸਹਾਰੇ ਆਪਣੀ ਥਾਂ ਤੋਂ ਤੇ ਟਿਕੇ ਰਹਿੰਦੇ ਹਨ। ਇਹਨਾਂ ਨੂੰ ਹੁੱਕਾਂ ਦੇ ਨਾਲ ਫਿੱਟ ਕੀਤਾ ਜਾਂਦਾ ਹੈ ਅਤੇ ਪਲਸਤਰ ਕਰਨ ਉਪਰੰਤ ਪੂਰੀ ਤਰ੍ਹਾਂ ਦੀਵਾਰ ਅਤੇ ਛੱਤ ਵਿੱਚ ਕੀ ਆ ਲੁਕ ਜਾਂਦੇ ਹਨ। ਲੋੜ ਅਨੁਸਾਰ ਇਹਨਾਂ ਨਾਲ ਵੀ ਬੈਂਡ, ਕ੍ਰਾਸ ਜੰਕਸ਼ਨ, ਬਾਕਸ ਅਤੇ ਬੋਰਡ ਆਦਿ ਫਿੱਟ ਕਰ ਲਏ ਜਾਂਦੇ ਹਨ।
ਫਿਰ ਤਾਰਾਂ ਨੂੰ ਪਾਈਪਾਂ ਵਿੱਚ ਲੋੜ ਅਨੁਸਾਰ ਸਨੇਕ ਵਾਇਰ ਦੀ ਸਹਾਇਤਾ ਨਾਲ ਪਰੋਲਿਆ ਜਾਂਦਾ ਹੈ। ਇਸ ਦੇ ਲਾਭ ਬਹੁਤ ਸਾਰੇ ਨੇ। ਇਹ ਦੇਖਣ ਵਿੱਚ ਜਿਹੜੀ ਆ ਬਹੁਤ ਹੀ ਖੂਬਸੂਰਤ ਲੱਗਦੀ ਹੈ ਔਰ ਇਹ ਤਾਰਾਂ ਨੂੰ ਕਾਫੀ ਸੁਰੱਖਿਆ ਪ੍ਰਦਾਨ ਕਰਦੀ ਹੈ ਔਰ ਇਹਦੀ ਲਾਈਫ ਕਾਫੀ ਲੰਬੀ ਹੁੰਦੀ ਹੈ ਕਿਉਂਕਿ ਇਹ ਪਾਈਪ ਵਿੱਚ ਤਾਰਾਂ ਉਸੇ ਤਰ੍ਹਾਂ ਹੀ ਸਹੀ ਤਰੀਕੇ ਨਾਲ ਪੈਂਦੀਆਂ ਹਨ ਔਰ ਇਹ ਵਾਟਰਪ੍ਰੂਫ ਹੁੰਦੀ ਹੈ ਅਤੇ ਤਾਰਾਂ ਲੋੜ ਪੈਣ ਤੇ ਆਸਾਨੀ ਨਾਲ ਇਹਦੇ ਵਿੱਚ ਕੀ ਆ ਬਦਲੀਆਂ ਜਾ ਸਕਦੀਆਂ ਹਨ। ਜੇ ਅਰਥਿੰਗ ਠੀਕ ਪ੍ਰਕਾਰ ਕੀਤੀ ਗਈ ਹੋਵੇ ਤੇ ਸ਼ਾਕ ਲੱਗਣ ਦਾ ਵੀ ਡਰ ਇਹਦੇ ਤੋਂ ਨਹੀਂ ਹੁੰਦਾ। ਇਹਦੇ ਵਿੱਚ ਸੇਫਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਅੱਛਾ ਜੀ, ਆਪਾਂ ਇਹ ਸੀਗੀ ਸਾਡੀ ਅੰਡਰਗਰਾਊਂਡ ਕੰਡਿਊਟ ਵਾਇਰਿੰਗ। ਆਪਾਂ ਹੁਣ ਨੈਕਸਟ ਸਲਾਈਡ ਦੇਖਦੇ ਹਾਂ। ਨੈਕਸਟ ਸਲਾਈਡ ਦੇਖਦੇ ਆਪਾਂ। ਹਾਂਜੀ, ਨੈਕਸਟ ਸਲਾਈਡ ਵਿੱਚ ਆਪਾਂ ਦੇਖਦੇ ਹਾਂ ਵੀ ਜਿਹੜੀ ਆਪਾਂ ਸਾਡੇ ਸਾਹਮਣੇ ਆ ਇਹ ਹੈ ਜੀ ਅਰਥਿੰਗ। ਜਦੋਂ ਆਪਾਂ ਕਿਸੇ ਵੀ ਬੋਰਡ ਦੇ ਸਪਲਾਈ ਬਿਜਲੀ ਸਪਲਾਈ ਦਿੰਦੇ ਹਾਂ ਉੱਥੇ ਆਪਾਂ ਅਰਥਿੰਗ ਵੀ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਔਰ ਅਰਥਿੰਗ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਟੂ ਟਾਈਪਸ ਆਫ ਅਰਥਿੰਗ। ਫਸਟ ਹੈ ਜੀ ਪਾਈਪ ਅਰਥਿੰਗ ਔਰ ਦੂਸਰੀ ਹੈ ਜੀ ਪਲੇਟ ਅਰਥਿੰਗ। ਪਹਿਲਾਂ ਮੈਂ ਤੁਹਾਨੂੰ ਥੋੜੀ ਡੈਫੀਨੇਸ਼ਨ ਦੱਸਦਾ ਇਹਦੀ। ਅਰਥਿੰਗ ਜਿਹੜੀ ਆ ਬਿਜਲੀ ਸਪਲਾਈ ਦੇ ਨਿਊਟਰਲ ਬਿੰਦੂ ਅਤੇ ਸਰਕਟ ਦੇ ਕਰੰਟ ਰਹਿਤ ਧਾਤੂ ਵਾਲੇ ਭਾਗਾਂ ਨੂੰ ਧਰਤੀ ਦੇ ਠੀਕ ਪ੍ਰਕਾਰ ਸੰਪਰਕ ਵਿੱਚ ਲਿਆਉਣ ਨੂੰ ਪ੍ਰਗਟ ਕਰਦੀ ਹੈ। ਇਸ ਪ੍ਰਕਾਰ ਲੀਕ ਹੋਈ ਇਲੈਕਟ੍ਰੀਸਿਟੀ ਨੂੰ ਘੱਟ ਪ੍ਰਤੀਰੋਧ ਯਾਨੀ ਘੱਟ ਰਜਿਸਟੈਂਸ ਦਾ ਮਾਰਗ ਮਿਲ ਜਾਂਦਾ ਹੈ ਅਤੇ ਇਹ ਬਿਨਾਂ ਕਿਸੇ ਨੂੰ ਹਾਨੀ ਪਹੁੰਚਾਉਣ ਦੇ ਧਰਤੀ ਵੱਲ ਚਲੀ ਜਾਂਦੀ ਹੈ, ਜਿਸ ਨਾਲ ਕਿ ਸਾਨੂੰ ਨੁਕਸਾਨ ਹੋਣ ਤੋਂ ਕਾਫੀ ਬਚਾਅ ਹੋ ਜਾਂਦਾ ਹੈ। ਅੱਛਾ ਜੀ, ਇਹ 2.5 ਮੀਟਰ ਤੋਂ 3 ਮੀਟਰ ਧਰਤੀ ਹੇਠਾਂ ਦੱਬੇ ਗਏ ਤਾਂਬੇ ਦੇ ਇਲੈਕਟ੍ਰੋਡ ਜਾਂ ਪਲੇਟ ਤੋਂ ਲਿਆਂਦੀ ਗਈ ਤਾਂਬੇ ਜਾਂ GI ਦੀ ਤਾਰ ਹੀ ਅਰਥ ਤਾਰ ਦਾ ਪੋਟੈਂਸ਼ੀਅਲ ਸਦਾ ਕੀ ਹੈ ਜ਼ੀਰੋ ਰਹਿੰਦਾ ਹੈ। ਜਦੋਂ ਕਿਸੇ ਮਸ਼ੀਨ ਜਾਂ ਜੰਤਰ ਦੀ ਬਾਡੀ ਨੂੰ ਅਰਥ ਕੀਤਾ ਜਾਂਦਾ ਹੈ ਤਾਂ ਇਹ ਵੀ ਜ਼ੀਰੋ ਪੋਟੈਂਸ਼ੀਅਲ ਹੀ ਰਹਿੰਦੀ ਹੈ ਔਰ ਇਹ ਜਿਹੜੀ ਅਰਥਿੰਗ ਹੈ ਇਹ ਵੱਡੀਆਂ ਤੇ ਉੱਚੀਆਂ ਇਮਾਰਤਾਂ ਨੂੰ ਆਸਾਨੀ ਨਾਲ ਬਿਜਲੀ ਤੋਂ ਬਚਾਉਣ ਲਈ ਵੀ ਕਾਫੀ ਮਦਦ ਕਰਦੀ ਹੈ ਤਾਂ ਕਿ ਅਸਮਾਨੀ ਬਿਜਲੀ ਤੋਂ ਵੀ ਬਚਣ ਵਿੱਚ ਇਹ ਅਰਥਿੰਗ ਜਿਹੜੀ ਆ ਬਹੁਤ ਹੀ ਸਾਡੀ ਸਹਾਇਤਾ ਕਰਦੀ ਹੈ, ਜਿਸ ਨਾਲ ਸਾਨੂੰ ਅਸਮਾਨੀ ਬਿਜਲੀ ਤੋਂ ਸਾਡਾ ਉਸ ਇਮਾਰਤ ਦਾ ਜਾਂ ਵੱਡੀਆਂ ਇਮਾਰਤਾਂ ਦਾ ਕੀ ਹੋ ਜਾਂਦਾ ਬਚਾਅ ਹੋ ਜਾਂਦਾ ਹੈ। ਓਵਰਹੈਡ ਲਾਈਨਾਂ ਅਤੇ ਇਸ ਨਾਲ ਜੁੜੀਆਂ ਮਸ਼ੀਨ ਦੀ ਅਸਮਾਨੀ ਬਿਜਲੀ ਤੋਂ ਸੁਰੱਖਿਆ ਲਈ ਇਹਨਾਂ ਨੂੰ ਵਰਤਿਆ ਜਾਂਦਾ ਹੈ ਔਰ ਇਹਨਾਂ ਨੂੰ ਅਰਥਿੰਗ ਨੂੰ ਯੂਜ਼ ਕੀਤਾ ਜਾਂਦਾ ਹੈ। ਜਦੋਂ ਕੋਈ ਸ਼ਾਰਟ ਸਰਕਟ ਹੁੰਦਾ ਹੈ ਤਾਂ ਜਾਂ ਲੀਕੇਜ ਹੁੰਦੀ ਹੈ ਕਿਸੇ ਸਰਕਟ ਵਿੱਚ ਤਾਂ ਫਿਊਜ਼ ਉਡਾ ਕੇ ਮਸ਼ੀਨ ਅਤੇ ਮਨੁੱਖਾਂ ਦੀ ਸ਼ੌਕ ਤੋਂ ਸੁਰੱਖਿਆ ਕਰਦੀ ਹੈ। ਪਹਿਲਾਂ ਆਪਾਂ ਗੱਲ ਕਰਦੇ ਹਾਂ ਪਲੇਟ ਅਰਥਿੰਗ ਦੀ। ਅੱਛਾ ਜੀ, ਪਲੇਟ ਅਰਥਿੰਗ ਦੇ ਵਿੱਚ ਕੀ ਹੁੰਦਾ ਆ ਬੈਕ ਸਲਾਈਡ ਦੇਖਦੇ ਹਾਂ ਆਪਾਂ। ਇਸ ਪ੍ਰਕਾਰ ਦੀ ਅਰਥਿੰਗ ਜਿਹੜੀ ਆ ਇਹ ਜ਼ਿਆਦਾਤਰ ਸਬ ਸਟੇਸ਼ਨ ਤੇ ਪਲੇਟ ਅਰਥਿੰਗ ਜਿਹੜੀ ਆ ਜ਼ਿਆਦਾਤਰ ਆਪਾਂ ਸਬ ਸਟੇਸ਼ਨ ਔਰ ਵੱਡੀਆਂ ਸੰਸਥਾਵਾਂ ਮੰਨ ਲਓ ਸਕੂਲ ਕਾਲਜਿਸ ਆਪਾਂ ਉੱਥੇ ਕੀ ਕਰਦੇ ਹਾਂ ਪਲੇਟ ਅਰਥਿੰਗ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਇੱਕ ਤਾਂਬੇ ਦੀ ਪਲੇਟ ਨੂੰ ਲਗਭਗ 3 ਮੀਟਰ ਤੋਂ 5 ਮੀਟਰ ਧਰਤੀ ਦੇ ਹੇਠਾਂ ਦਬਾਇਆ ਦਿੱਤਾ ਜਾਂਦਾ ਹੈ। ਪਲੇਟ ਦੇ ਆਲੇ ਦੁਆਲੇ ਕੱਚੇ ਕੋਇਲੇ ਅਤੇ ਲੂਣ ਜਾਂ ਕਲਮੀ ਸ਼ੋਰੇ ਦੀਆਂ 150 ਮਿਲੀਮੀਟਰ ਮੋਟੀਆਂ ਪਰਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਖੁਸ਼ਕ ਮੌਸਮ ਵਿੱਚ ਪਲੇਟ ਦੇ ਦੁਆਲੇ ਨਮੀ ਬਣਾਈ ਰੱਖਣ ਲਈ
ਪਾਣੀ ਪਾਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਪਲੇਟ ਨਾਲ ਤਾਂਬੇ ਦੀ ਅਰਥ ਵਾਇਰ ਨੂੰ ਬੋਲਟ ਨਾਲ ਪੂਰੀ ਤਰ੍ਹਾਂ ਕੱਸਿਆ ਜਾਂਦਾ ਹੈ। ਅਰਥ ਵਾਇਰ ਇੱਕ ਵੱਖਰੇ ਪਾਈਪ ਦੁਆਰਾ ਬਾਹਰ ਕੱਢੀ ਜਾ ਸਕਦੀ ਹੈ, ਜਿਸ ਨਾਲ ਇਹ ਯੰਤਰਿਕ ਹਾਨੀਆਂ ਤੋਂ ਵੀ ਬਚੀ ਰਹਿੰਦੀ ਹੈ। ਤਾਂਬੇ ਦੀ ਪਲੇਟ ਹਰ ਪੱਖੋਂ ਚੰਗੀ ਹੁੰਦੀ ਹੈ। ਤਾਂਬੇ ਦਾ ਮੁੱਲ ਵੱਧ ਹੋਣ ਕਾਰਨ, ਕਿਉਂਕਿ ਤਾਂਬੇ ਦੀ ਜਿਹੜੀ ਹੈ ਅਰਥਿੰਗ ਉਹ ਜ਼ਿਆਦਾ ਮਹਿੰਗੀ ਹੁੰਦੀ ਹੈ, ਔਰ ਤਾਂਬੇ ਦਾ ਮੁੱਲ ਵੱਧ ਹੋਣ ਕਾਰਨ ਅੱਜ ਕੱਲ੍ਹ ਆਪਾਂ ਕੀ ਆ GI ਪਲੇਟਸ ਅਤੇ ਤਾਰਾਂ ਦੀ ਵਰਤੋਂ ਵੀ ਇਸ ਕੰਮ ਲਈ ਕਾਫੀ ਕੀਤੀ ਜਾਣ ਲੱਗ ਪਈ ਹੈ। ਔਰ ਦੂਸਰੀ ਆਪਾਂ ਗੱਲ ਕਰਦੇ ਹਾਂ ਪਾਈਪ ਅਰਥਿੰਗ ਦੀ। ਇਹਦੇ ਪਾਈਪ ਅਰਥਿੰਗ ਵਿੱਚ ਜਿਹੜਾ ਧਰਤੀ ਤੋਂ ਬੋਰਿੰਗ ਜਿਹੜਾ ਵਾ, ਇਸ ਧਰਤੀ ਵਿੱਚ ਬੋਰਿੰਗ ਦੁਆਰਾ 38 mm ਵਿਆਸ ਦੀ GI ਪਾਈਪ 5 ਮੀਟਰ ਦੀ ਡੂੰਘਾਈ ਤੱਕ ਸਿੱਧੇ ਖੜੇ ਰੁੱਖ ਵਿੱਚ ਹੀ ਪਾਈ ਜਾਂਦੀ ਹੈ। ਇਹੋ ਪਾਈਪਸ ਅਰਥ ਇਲੈਕਟ੍ਰੋਡ ਦਾ ਹੀ ਕੰਮ ਕਰਦੀ ਹੈ। ਇਸ ਦੀ ਡੂੰਘਾਈ ਧਰਤੀ ਵਿੱਚੋਂ ਸਿੱਲ ਪ੍ਰਾਪਤ ਹੋਣ ਦੀ ਡੂੰਘਾਈ ਤੇ ਹੀ ਨਿਰਭਰ ਕਰਦੀ ਹੈ। ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਆਪਾਂ ਦੇਖਦੇ ਹਾਂ ਵਾਇਰਿੰਗ ਕੰਪਲੀਟ ਕਰਨ ਤੋਂ ਬਾਅਦ ਸਪਲਾਈ ਦੇਣ ਤੋਂ ਪਹਿਲਾਂ ਅਸੀਂ ਕੁਝ ਆਪਾਂ ਟੈਸਟ ਦੇਖਦੇ ਹਾਂ, ਜਿਵੇਂ ਕਿ ਕੁਝ ਆਪਾਂ ਦੇਖਦੇ ਹਾਂ ਲੀਕੇਜ ਟੈਸਟ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਹਰ ਕੰਡਕਟਰ ਅਤੇ ਅਰਥਿੰਗ ਵਾਇਰ ਵਿੱਚ ਰੈਜ਼ਿਸਟੈਂਸ ਨੂੰ ਨਾਪਿਆ ਜਾਂਦਾ ਹੈ। ਇਸ ਦੁਆਰਾ ਲੀਕੇਜ ਕਰੰਟ ਆਪਾਂ ਗਿਆਤ ਕਰਦੇ ਹਾਂ। ਇਹਦੇ ਵਿੱਚ ਆਪਾਂ ਕਰਦੇ ਹਾਂ ਮੇਨ ਸਵਿਚ ਨੂੰ ਆਫ ਕਰ ਲੈਂਦੇ ਹਾਂ। ਪਹਿਲਾਂ ਮੇਨ ਸਵਿਚ ਦੇ ਸਾਰੇ ਫਿਊਜ਼ ਆਪਾਂ ਬਾਹਰ ਕੱਢ ਲੈਂਦੇ ਹਾਂ ਅਤੇ ਸਾਰੇ ਲੈਂਪ ਔਰ ਫੈਨਸ ਆਦਿ ਆਪਾਂ ਚਲਾ ਦਿੰਦੇ ਹਾਂ, ਔਰ ਆਊਟਲੈਟ ਸਾਕਟ ਦੀਆਂ 3 ਪਿੰਨ ਸ਼ਾਰਟ ਕਰ ਦਿੰਦੇ ਹਾਂ, ਔਰ ਡਿਸਟ੍ਰੀਬਿਊਸ਼ਨ ਬੋਰਡ ਦੇ ਫਿਊਜ਼ ਆਪਾਂ ਲੱਗੇ ਰਹਿਣ ਦਿੰਦੇ ਹਾਂ, ਔਰ ਆਪਾਂ ਡਿਜੀਟਲ ਮੀਟਰ ਜਾਂ ਮੈਗਰ ਦੇ ਅਰਥ ਟਰਮੀਨਲ ਨੂੰ ਚੰਗੀ ਤਰ੍ਹਾਂ ਨਾਲ ਅਰਥ ਨਾਲ ਜੋੜ ਦਿੰਦੇ ਹਾਂ, ਔਰ ਮੈਗਰ ਜਾਂ ਡਿਜੀਟਲ ਮੀਟਰ ਦੇ ਲਾਈਨ ਟਰਮੀਨਲ ਨੂੰ ਮੇਨ ਸਵਿਚ ਤੋਂ ਨਿਕਲਦੀ ਲੋਡ ਤਾਰਾਂ ਨਾਲ ਆਪਾਂ ਜੋੜ ਦਿੰਦੇ ਹਾਂ, ਜਿਸ ਨਾਲ ਕਿ ਸਾਡੀ ਲੀਕੇਜ ਟੈਸਟ ਹੋ ਜਾਂਦਾ ਹੈ। ਨੈਕਸਟ ਸਲਾਈਡ ਦੇਖਦੇ ਹਾਂ। ਅੱਗੇ ਦੇਖਦੇ ਹਾਂ ਕੰਡਕਟਰ ਟੂ ਕੰਡਕਟਰ ਲੀਕੇਜ। ਇਸ ਵਿੱਚ ਆਪਾਂ ਕੰਡਕਟਰ ਟੂ ਕੰਡਕਟਰ ਦਾ ਆਪਾਂ ਇਨਸੂਲੇਟਰ ਚੈੱਕ ਕਰਦੇ ਹਾਂ। ਇਹਦੇ ਵਿੱਚ ਸਾਰੇ ਪਹਿਲਾਂ ਆਪਾਂ ਲੈਂਪ ਉਤਾਰ ਦਿੰਦੇ ਹਾਂ, ਲੈਂਪਾਂ ਨੂੰ ਖੁੱਲਾ ਰੱਖ ਦਿੰਦੇ ਹਾਂ ਅਤੇ ਪੱਖਿਆਂ ਦੀਆਂ ਤਾਰਾਂ ਨੂੰ ਵੱਖ-ਵੱਖ ਕਰ ਦਿੰਦੇ ਹਾਂ, ਔਰ ਇਸ ਵੇਲੇ ਸਾਰੇ ਸਵਿਚ ਆਪਾਂ ਔਨ ਰਹਿਣ ਦਿੰਦੇ ਹਾਂ, ਔਰ ਮੇਨ ਸਵਿਚ ਵੀ ਆਫ ਕਰ ਦਿੰਦੇ ਹਾਂ, ਔਰ ਡਿਸਟ੍ਰੀਬਿਊਸ਼ਨ ਬੋਰਡ ਦੇ ਫਿਊਜ਼ ਵੀ ਲਾ ਕੇ ਆਪਾਂ ਇਸ ਟੈਸਟ ਨੂੰ ਆਪਾਂ ਚੈੱਕ ਕਰ ਸਕਦੇ ਹਾਂ। ਨੈਕਸਟ ਸਲਾਈਡ ਦੇਖਦੇ ਹਾਂ। ਥੋੜਾ ਆਪਣੇ ਕੋਲ ਟਾਈਮ ਘੱਟ ਹੈ, ਇਸ ਕਰਕੇ ਮੈਂ ਥੋੜਾ ਸ਼ਾਰਟਕਟ ਦੱਸਦਾ। ਨੈਕਸਟ ਸਲਾਈਡ ਇਹ ਹੈ ਜੀ ਓਪਨ ਸਰਕਟ ਟੈਸਟ। ਇਹਦੇ ਵਿੱਚ ਆਪਾਂ ਦੇਖਦੇ ਹਾਂ ਇਹ ਨਿਰੀਖਣ ਜਿਹੜਾ ਆ ਲੋਡ ਸਰਕਟ ਹੈ, ਜਿਹੜਾ ਸਰਕਟ ਲੋਡ ਪਿਆ ਹੁੰਦਾ ਹੈ ਦੇ ਸਭ ਸਰਕਟਾਂ ਦੀ ਆਪਾਂ ਕੰਟੀਨਿਊਟੀ ਆਪਾਂ ਚੈੱਕ ਕਰਦੇ ਹਾਂ। ਇਹਦੇ ਵਿੱਚ ਕੀ ਕਰਦੇ ਆਪਾਂ ਮੇਨ ਸਵਿਚ ਆਫ ਕਰਦੇ ਹਾਂ, ਔਰ ਸਾਰੇ ਫਿਊਜ਼ ਬਾਹਰ ਕੱਢ ਲੈਂਦੇ ਹਾਂ, ਔਰ ਸਾਰੇ ਲੈਂਪ ਤੇ ਪੱਖੇ ਆਦਿ ਲੱਗੇ ਰਹਿਣ ਦਿੰਦੇ ਹਾਂ, ਔਰ ਸਾਰੇ ਸਵਿਚ ਆਫ ਕਰ ਦਿੰਦੇ ਹਾਂ, ਔਰ ਮੈਗਰ ਔਰ ਡਿਜੀਟਲ ਮੀਟਰ ਦੇ ਦੋਨੇ ਟਰਮੀਨਲ ਡਿਸਟ੍ਰੀਬਿਊਸ਼ਨ ਬੋਰਡ ਦੇ ਕਿਸੇ ਇੱਕ ਸਰਕਟ ਦੇ ਦੋਹਾਂ ਸਿਰਿਆਂ ਨਾਲ ਜੋੜ ਦਿੰਦੇ ਹਾਂ, ਔਰ ਮੈਗਰ ਨੂੰ ਘੁਮਾ ਦਿੰਦੇ ਹਾਂ ਜਾਂ ਡਿਜੀਟਲ ਮੀਟਰ ਨੂੰ ਦੁਆਰਾ ਇੱਕ ਕਰਕੇ ਸਵਿਚ ਨੂੰ ਆਨ ਅਤੇ ਆਫ ਕਰਦੇ ਹਾਂ, ਔਰ ਆਫ ਕਰਨ ਤੇ ਇਨਫਿਨਿਟੀ ਹੋਣੀ ਚਾਹੀਦੀ ਹੈ। ਇਸੇ ਪ੍ਰਕਾਰ ਡਿਸਟ੍ਰੀਬਿਊਸ਼ਨ ਬੋਰਡ ਦੇ ਸਾਰੇ ਸਰਕਟਾਂ ਦਾ ਨਿਰੀਖਣ ਆਪਾਂ ਟੈਸਟ ਕਰ ਸਕਦੇ ਹਾਂ। ਔਰ ਆਪਣੇ ਕੋਲ ਟਾਈਮ ਨਹੀਂ ਹੈ, ਇਸ ਕਰਕੇ ਥੈਂਕ ਯੂ।